ਕਿਸਾਨ ਦੇ ਹੱਕਾਂ 'ਚ ਬੋਲਣ ਲਈ, ਮੈਨੂੰ ਵਪਾਰੀ ਦੇ ਹੱਕ 'ਚ ਬੋਲਣ ਲਈ, ਮੈਨੂੰ ਆੜ੍ਹਤੀਏ ਦੇ ਹੱਕ 'ਚ ਬੋਲਣ ਲਈ, ਮੈਨੂੰ ਲੇਬਰ ਦੇ ਹੱਕ 'ਚ ਬੋਲਣ ਲਈ, ਜਾਂ ਜਿਹੜੇ ਸਾਡੇ ਪੰਜਾਬ ਬੀਜੇਪੀ ਦੇ ਵਰਕਰ ਸੰਤਾਪ ਭੋਗ ਰਹੇ ਆ, ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ, ਉਹਨਾਂ ਦੇ ਹੱਕ 'ਚ ਬੋਲਣ ਲਈ ਮੈਨੂੰ ਨਹੀਂ ਲੱਗਦਾ ਵੀ ਲੀਡਰਸ਼ਿਪ ਮੈਨੂੰ ਕੱਢੂ। ਜੇ ਮੈਨੂੰ ਕੱਢ ਵੀ ਦਿੰਦੀ ਹੈ, ਉਹ ਮੈਨੂੰ ਪਾਰਟੀ 'ਚੋਂ ਕੱਢ ਸਕਦੇ ਆ, ਮੇਰੇ ਦਿਲ 'ਚੋਂ ਬੀਜੇਪੀ ਨਹੀਂ ਕੱਢ ਸਕਦੀ। ਮੈਂ ਤਾਂ ਇਹ ਵੀ ਗੱਲ ਕਹਿਣਾ, ਜੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਵਰਕਰ ਕੈਦ 'ਚ ਬੈਠਾ ਹੈ, ਆਪਦੇ ਘਰੇ ਬੰਦ ਬੈਠਾ ਹੈ, ਜਾਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਛੱਤਾਂ ਤੋਂ ਝੰਡੇ ਲੱਥੇ ਹੈ, ਜਾਂ ਮੋਦੀ ਸਾਹਿਬ ਦੀ ਮੁਰਦਾਬਾਦ ਹੋ ਰਹੀ ਹੈ, ਉਹਨਾਂ ਦੇ ਪੁਤਲੇ ਸਾੜੇ ਜਾ ਰਹੇ, ਉਹਦੇ ਵੀ ਜ਼ਿੰਮੇਵਾਰ ਹੈ ਜਿਹੜੇ ਸਾਡੀ ਸੂਬਾ ਲੀਡਰਸ਼ਿਪ ਉਹ ਜ਼ਿੰਮੇਵਾਰ ਹੈ। ਜਿਹੜੇ ਵੀ ਵਿਅਕਤੀ ਜਾਂ ਜਿਹੜੇ ਵੀ ਲੋਕ ਸਮਾਜ ਦੇ ਖਿਲਾਫ ਗੱਲ ਕਰਦੇ, ਕਿਸੇ ਵੀ ਸਮਾਜ ਦੀ ਗੱਲ ਹੋਵੇ, ਵਿਅਕਤੀ ਕਦੇ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਨਿੱਜੀ ਆਪ ਦਾ ਵੀ ਭਲਾ ਨਹੀਂ ਕਰ ਸਕਦੇ। ਉਹ ਆਪਾਂ ਗੱਲਾਂ ਮਜ਼ਦੂਰ ਕਹਿੰਦੇ ਆ ਜਿਨ੍ਹਾਂ ਨੂੰ, ਉਹ ਆਮ ਸਾਡੇ ਜਿਹੜੇ ਉੱਪਰ ਬੈਠੇ ਉਹਨਾਂ ਦੇ ਸਮਝ ਨਹੀਂ ਆਉਣੀ ਗੱਲਾਂ ਮਜ਼ਦੂਰ ਕੀ। ਜਾਣੀ ਹੋਰੇ ਸਰਗਰਮ ਹੋ ਕੇ ਆਏ ਸੀ, ਉਹਨਾਂ ਨੇ ਕਾਫੀ ਕੁਝ ਕੀਤਾ, ਦਿੱਲੀ ਜਾਏ ਚੁੱਪ ਹੋ ਗਏ। ਜੋਸ਼ੀ ਹੈ, ਉਹਨਾਂ ਨੇ ਸਰਗਰਮੀ ਦਿਖਾਈ, ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਤੁਸੀਂ ਉਹਨਾਂ ਦੇ ਹੱਕ 'ਚ ਥੋੜ੍ਹਾ ਜਿਹਾ ਬੋਲੇ ਹੋ, ਤੁਹਾਨੂੰ ਨੋਟਿਸ ਆ ਗਿਆ। ਪਹਿਲੀ ਗੱਲ ਤਾਂ ਇਹ, ਮੈਂ ਜੋਸ਼ੀ ਦੇ ਹੱਕ 'ਚ ਨਹੀਂ। ਅਸੀਂ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੀ ਬੁਲੰਦ ਆਵਾਜ਼ ਬਣ ਕੇ ਗੱਲ ਕਰਾਂਗੇ, ਤੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ। ਇਹ ਬੁਲੰਦ ਆਵਾਜ਼ ਕਦੇ ਦਿੱਲੀ ਦੇ ਵਿੱਚ ਜਾ ਕੇ ਬੋਲਦੀ ਆ? ਬੋਲਦੀ ਹੈ ਜੀ, ਸੁਣਿਆ ਜਾਂਦਾ ਉੱਥੇ, ਹਰ ਜਗ੍ਹਾ ਬੋਲਦੀ ਹੈ। ਉਹਦੀ ਗੱਲ ਸੁਣੋ ਵੀ ਭਾਈ ਕੀ ਲੋਕਾਂ ਦੇ ਮਨ 'ਚ ਕੀ ਹੈ, ਲੋਕਾਂ ਦੇ ਮਨ 'ਚ ਕੀ ਭਾਵਨਾ ਹੈ, ਲੋਕ ਕਿਉਂ ਇੰਨੇ ਉਲਟ ਨੇ। ਲੋਕਾਂ ਨੂੰ ਦੇਖੋ ਇਹ ਗੱਲ ਸਮਝਣੀ ਪਊਗੀ। ਅੱਜ ਗਰਮੀ ਸਰਦੀ ਮੀਂਹ ਹਨੇਰੀ ਸਾਰਾ ਕੁਝ ਗਿਆ, ਫੇਰ ਵੀ ਲੋਕ ਉੱਥੇ ਧਰਨੇ ਤੇ ਬੈਠੇ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਇਸ ਵਕਤ ਗੱਲਬਾਤ ਕਰ ਰਿਹਾ ਇੱਕ ਪੱਖ ਦੇ ਮਸਲੇ ਤੇ। ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਕੁਝ ਸਟੀਕ ਤੇ ਕੁਝ ਤੱਥਾਂ ਦੇ ਸਮੇਤ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ। ਅੱਜ ਮੇਰੇ ਨਾਲ ਸ਼ਾਮਲ ਨੇ ਮਿਸਟਰ ਮੋਹਿਤ ਗੁਪਤਾ, ਜਿਹੜੇ ਬੀਜੇਪੀ ਦੇ ਨਾਲ ਸੰਬੰਧਿਤ ਹੈ, ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ ਨੇ ਔਰ ਅੱਜ ਕੱਲ੍ਹ ਇਹ ਸਟੇਟ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਨੇ। ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਾ ਨਾਮ ਚਰਚਾ ਦੇ ਵਿੱਚ ਹੈ, ਕਿਉਂਕਿ ਇਹਨਾਂ ਨੇ ਅਨਿਲ ਜੋਸ਼ੀ ਹੋਰਾਂ ਦੇ ਹੱਕ ਦੇ ਵਿੱਚ ਗੱਲ ਕਰਤੀ, ਜਾਂ ਇਹ ਕਹੋ ਕਿ ਜਿਹੜਾ ਸਟੇਟ ਕਮੇਟੀ ਦਾ ਫੈਸਲਾ ਸੀ ਉਹਦੇ ਤੇ ਮਾੜਾ ਮੋਟਾ ਕਿੰਤੂ ਪਰੰਤੂ ਕਰਤਾ, ਤੇ ਸੁਭਾਵਿਕ ਹੈ ਕਿ ਨੋਟਿਸ ਲਿਆ ਜਾਣਾ ਸੀ ਔਰ ਨੋਟਿਸ ਆਇਆ। ਅਗਲੀ ਗੱਲ ਕਰਦੇ ਹਾਂ ਗੁਪਤਾ ਜੀ ਦੇ ਨਾਲ ਕਿ ਇਸ ਨੋਟਿਸ ਨੂੰ ਲੈ ਕੇ ਕੀ ਹੋਇਆ, ਕਿਉਂ ਹੋਇਆ, ਤੇ ਸਰਗਰਮੀਆਂ ਜਿਹੜੀਆਂ ਬੀਜੇਪੀ ਦੀ ਮੁੱਖ ਲਾਈਨ ਹੈ, ਜਿਹੜੀ ਮੁੱਖ ਧਾਰਾ ਇਹਨਾਂ ਦੇ ਨਾਲ ਚੱਲ ਰਹੀ, ਉਹ ਤੋਂ ਹਟ ਕੇ ਕਿਉਂ ਹੈ। ਸੋ ਮਿਲਦੇ ਹਾਂ ਮੋਹਿਤ ਗੁਪਤਾ ਹੋਰਾਂ ਨੂੰ। ਗੁਪਤਾ ਜੀ ਸਤਿ ਸ਼੍ਰੀ ਅਕਾਲ, ਸਵਾਗਤ। ਨਮਸਕਾਰ ਜੀ, ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰਾ ਨਮਸਕਾਰ, ਸਤਿ ਸ਼੍ਰੀ ਅਕਾਲ। ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਮੈਨੂੰ ਆਪਣੇ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਮਿਹਰਬਾਨੀ ਗੁਪਤਾ ਜੀ, ਤੁਸੀਂ ਟਾਈਮ ਕੱਢਿਆ। ਔਰ ਮੇਰੇ ਖਿਆਲ ਦੇ ਵਿੱਚ ਜਦੋਂ ਕਿਤੇ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤੇ ਉਦੋਂ ਫਿਰ ਦੋਵੇਂ ਧਿਰਾਂ ਇਕੱਠੀਆਂ ਹੋ ਹੀ ਜਾਂਦੀਆਂ, ਖਾਸ ਕਰਕੇ ਪੋਲੀਟੀਸ਼ੀਅਨ ਲੋਕ ਤੇ ਮੀਡੀਆ ਵੀ। ਜਿਵੇਂ ਹੁਣ ਇਹਨਾਂ ਦਿਨਾਂ 'ਚ ਕਿਸਾਨ ਸੰਘਰਸ਼ ਸਿਖਰ 'ਤੇ ਚੱਲ ਰਿਹਾ, ਬੀਜੇਪੀ ਦੀ ਲੀਡਰਸ਼ਿਪ ਹੈ ਜਿਹੜੀ ਜ਼ਿਆਦਾਤਰ ਵਿਰੋਧ ਕਰ ਰਹੀ ਹੈ। ਤੁਸੀਂ ਕਿਤੇ ਨਾ ਕਿਤੇ ਹਾਂ ਦਾ ਨਾਰਾ ਮਾਰਿਆ, ਨੋਟਿਸ ਲਿਆ ਗਿਆ। ਕਾਰਨ ਕੀ ਹੈ ਕਿ ਤੁਸੀਂ ਜਿਹੜੀ ਮੁੱਖ ਧਾਰਾ ਉਹ ਤੋਂ ਹਟ ਕੇ ਚੱਲੇ ਹੋ? ਕੀ ਕਾਰਨ ਰਿਹਾ ਇਹਦਾ? ਦੇਖੋ ਸੁਖਨੈਬ ਜੀ, ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਨਿਸ਼ਠਾਵਾਨ ਤੇ ਜ਼ਿੰਮੇਵਾਰ ਵਰਕਰ ਹੈ ਜੀ, ਔਰ ਮੈਨੂੰ 30 ਸਾਲ 29 ਸਾਲ ਹੋ ਗਏ ਮੈਂ ਪਾਰਟੀ ਦੀ ਵੱਖ-ਵੱਖ ਜ਼ਿੰਮੇਵਾਰੀਆਂ ਤੇ ਕੰਮ ਕਰ ਰਿਹਾ। ਜਿੱਥੇ ਮੇਰੀ ਭਾਰਤੀ ਜਨਤਾ ਪਾਰਟੀ ਦਾ ਮੈਂ ਨਿਸ਼ਠਾਵਾਨ ਵਰਕਰ ਹਾਂ, ਜ਼ਿੰਮੇਵਾਰ ਵਰਕਰ ਹਾਂ, ਉੱਥੇ ਮੈਂ ਇਸ ਮਿੱਟੀ ਦਾ ਵੀ ਨਿਸ਼ਠਾਵਾਨ ਹੈ। ਮੈਂ ਪੰਜਾਬ ਦੀ ਜਿਹੜੀ ਧਰਤੀ ਹੈ ਮੈਂ ਉਹਦਾ ਵੀ ਨਿਸ਼ਠਾਵਾਨ ਹੈ। ਮੈਂ ਪੰਜਾਬ ਦਾ ਵੀ ਜ਼ਿੰਮੇਵਾਰ ਨਾਗਰਿਕ ਹੈ। ਔਰ ਮੇਰੀ ਲਗਭਗ 46 ਸਾਲਾਂ ਦੀ ਉਮਰ ਹੋ ਗਈ, ਔਰ ਮੈਨੂੰ ਲੱਗਦਾ ਹੈ ਵੀ ਜਿੱਥੇ ਪੰਜਾਬ ਦੀ ਗੱਲ ਆਉਂਦੀ ਹੈ, ਜਿੱਥੇ ਕੋਈ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਹੈ, ਜਿੱਥੇ ਪੰਜਾਬੀਆਂ ਦੀ ਗੱਲ ਆਉਂਦੀ ਹੈ, ਜਿੱਥੇ ਪੰਜਾਬੀਅਤ ਦੀ ਗੱਲ ਆਉਂਦੀ ਹੈ, ਉੱਥੇ ਸਾਨੂੰ ਗੱਲ ਹੈ ਜਿਹੜੀ ਆਪਣੀ ਬੇਬਾਕੀ ਨਾਲ ਰੱਖਣੀ ਚਾਹੀਦੀ ਹੈ। ਕੋਈ ਮੁੱਖ ਧਾਰਾ ਦੀ ਗੱਲ ਨਹੀਂ। ਜੋ ਮੈਂ ਗੱਲ ਕਰ ਰਿਹਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੀ ਹਿੱਤ ਦੀ ਗੱਲ ਹੈ। ਕਿਵੇਂ? ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ, ਅਸੀਂ ਰਾਜਨੀਤੀ ਇੱਥੇ ਕਰਨੀ, ਅਸੀਂ ਲੋਕਾਂ ਤੋਂ ਵੋਟਾਂ ਇੱਥੇ ਲੈਣੀਆਂ, ਅਸੀਂ ਲੋਕਾਂ ਤੋਂ ਸਮਰਥਨ ਇੱਥੇ ਲੈਣਾ, ਤੇ ਜੇ ਅਸੀਂ ਇੱਥੋਂ ਦੇ ਲੋਕਾਂ ਦੀ ਗੱਲ ਹੀ ਨਹੀਂ ਕਰਾਂਗੇ ਤਾਂ ਸਾਨੂੰ ਕਿਉਂ ਕੋਈ ਸਮਰਥਨ ਦੇਊਗਾ, ਕਿਉਂ ਸਾਨੂੰ ਕੋਈ ਵੋਟ ਪਾਊਗਾ? ਸਹੀ। ਔਰ ਕਿਉਂ ਸਾਡੀ ਕੋਈ ਗੱਲ ਸੁਣੂਗਾ? ਜਦੋਂ ਤੱਕ ਪੋਲੀਟੀਕਲ ਪਾਰਟੀਆਂ ਉਹੀ ਕਾਮਯਾਬ ਹੋਈਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਲੋਕਾਂ ਦੀ ਗੱਲ ਕੀਤੀ ਹੈ, ਸਹੀ, ਲੋਕਾਂ ਦੇ ਮਸਲਿਆਂ ਦੀ ਗੱਲ ਕੀਤੀ ਹੈ, ਲੋਕਾਂ ਦੇ ਉਥਾਨ ਦੀ ਗੱਲ ਕੀਤੀ ਹੈ, ਉਹ ਪੋਲੀਟੀਕਲ ਪਾਰਟੀਆਂ ਨੂੰ ਲੋਕ ਚਾਹੁੰਦੇ ਨੇ। ਤੁਹਾਡੀ ਸਰਗਰਮੀ ਕਦੋਂ ਕੁ ਹੋਈ ਹੈ ਫਿਰ ਕਿਸਾਨ ਸੰਘਰਸ਼ ਆ ਜਿਹੜੀ ਇਹਦੀ ਹਮਾਇਤ ਦੇ ਵਿੱਚ?
ਦੇਖੋ, ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਪ੍ਰਦੇਸ਼ ਕਾਰਜਕਾਰਨੀ ਦਾ ਮੈਂਬਰ ਵੀ ਹਾਂ, ਮੈਂ ਵੱਖ-ਵੱਖ ਅਹੁਦਿਆਂ ਤੇ ਬਹੁਤ ਜ਼ਿੰਮੇਵਾਰੀਆਂ ਤੇ ਯੁਵਾ ਮੋਰਚਾ 'ਚ ਵੀ ਰਹੇ ਹੋ ਤੁਸੀਂ। ਮੈਂ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਵੀ ਰਿਹਾ। ਮੈਂ ਇੱਕ ਮਰਿਆਦਾ ਦੇ ਤਹਿਤ, ਮੈਂ ਉਸ ਮਰਿਆਦਾ ਦੀ ਲਾਈਨ ਨਾ ਕ੍ਰਾਸ ਕਰਦਾ ਹੋਇਆ ਲਗਾਤਾਰ ਸਤੰਬਰ ਤੋਂ ਪਾਰਟੀ ਦੇ ਅੰਦਰ ਗੱਲ ਕਰ ਰਹੇ ਹਾਂ। ਜਿੱਥੇ ਜਿੱਥੇ ਵੀ, ਚਾਹੇ ਕੋਈ ਜ਼ਿਲ੍ਹਾ ਦੀ ਸਾਡੀ ਕੋਰ ਗਰੁੱਪ ਦੀ ਮੀਟਿੰਗ ਹੋਈ, ਚਾਹੇ ਕੋਈ ਜਿੱਥੇ ਜਿਹੜੇ ਲੈਵਲ ਤੇ ਵੀ ਸਾਨੂੰ ਮੀਟਿੰਗ 'ਚ ਬੁਲਾਇਆ ਜਾਂਦਾ ਹੈ, ਉਸ ਮੀਟਿੰਗ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਮੈਂ ਗੱਲ ਰੱਖੀ ਹੈ। ਔਰ ਨਿੱਜੀ ਰੂਪ 'ਚ ਵੀ ਮਿਲ ਕੇ ਸਾਡੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਮੈਂ ਨਿੱਜੀ ਰੂਪ 'ਚ ਮਿਲ ਕੇ ਵੀ ਕਿਹਾ ਕਿ ਜੀ ਜਿਹੜਾ ਇਹ ਮਸਲਾ ਹੈ ਇਹਦਾ ਹੱਲ ਹੋਣਾ ਚਾਹੀਦਾ। ਕਿਉਂਕਿ ਜਦੋਂ ਵੀ ਕੋਈ ਸੰਘਰਸ਼ ਹੈ ਜਿਹੜੇ ਲੰਬੇ ਜਾਂਦੇ ਆ, ਉਹ ਦੇਸ਼ ਲਈ ਵੀ ਹਾਨੀਕਾਰਕ ਹੁੰਦੇ, ਉਹ ਸੂਬੇ ਲਈ ਵੀ ਹਾਨੀਕਾਰਕ ਹੁੰਦੇ, ਰਾਜਨੀਤਿਕ ਧਿਰਾਂ ਵਾਸਤੇ ਵੀ। ਸਾਰਾ ਜਦੋਂ ਮੈਂ ਦੇਖੋ, ਅਸੀਂ ਉਸ ਪਾਰਟੀ ਦੇ ਵਰਕਰ ਹੈ। ਸਾਡੇ ਪਾਰਟੀ ਦੇ ਨੇਤਾ ਸ਼੍ਰੀਮਾਨ ਅਟਲ ਬਿਹਾਰੀ ਵਾਜਪਾਈ ਜੀ ਨੇ ਹਮੇਸ਼ਾ ਕਹਿੰਦੇ ਸੀ, ਇੱਕ ਵਾਰ ਉਹਨਾਂ ਨੇ ਲੋਕ ਸਭਾ 'ਚ ਵੀ ਗੱਲ ਕਹੀ ਸੀ ਕਿ ਸਰਕਾरें आएंगी सरकारें जाएंगी, राजनीतिक पार्टियां बनेंगी, राजनीतिक पार्टियां बिगड़ेंगी, पर यहाँ के लोग रहने चाहिए, ये देश जिंदा रहना चाहिए। मैं उसे गल ते पहरा दे रहे हैं कि साडियां जिहड़ियां सियासी पार्टियां आउंदियां जांदियां रहणगीਆਂ, बनदियां रहणगीਆਂ, बिगड़दियां रहणगीਆਂ, सरकारां 'ਚ हार हुंदी रहू, जित हुंदी रहू, पर ਜਿਹੜੇ ਇੱਥੋਂ ਦੇ ਲੋਕ ਹੈ, ਜਿਹੜਾ ਇੱਥੋਂ ਦਾ ਆਪਸੀ ਭਾਈਚਾਰਕ ਸਾਂਝ ਹੈ, ਉਹ ਨਹੀਂ ਟੁੱਟਣੀ ਚਾਹੀਦੀ, ਉਹ ਬਣਿਆ ਰਹਿਣਾ ਚਾਹੀਦਾ। ਅਨਿਲ ਜੋਸ਼ੀ, ਤੁਸੀਂ, ਮਿਸਟਰ ਜਿਆਣੀ, ਇੱਕ ਦੋ ਆਗੂ ਹੋਰ, ਉਹਨਾਂ ਨੇ ਇਸ ਜਿਹੜੇ ਕਿਸਾਨ ਵਿਰੋਧੀ ਬਿੱਲ ਕਹੇ ਜਾਂਦੇ, ਇਹਨਾਂ ਦੀ ਹਮਾਇਤ ਨਹੀਂ ਕੀਤੀ, ਵਿਰੋਧ ਕੀਤਾ, ਆਪਣੇ ਤਰੀਕੇ ਨਾਲ ਕੀਤਾ। ਜਿਵੇਂ ਤੁਸੀਂ ਦੱਸਿਆ ਕਿ ਪਾਰਟੀ ਪਲੇਟਫਾਰਮ ਤੇ ਉਹ ਕਿਸੇ ਹੱਦ ਤੱਕ ਜਾਇਜ਼ ਵੀ ਮੰਨਿਆ ਜਾਊਗਾ ਕਿ ਪਾਰਟੀ ਦੇ ਵਿੱਚ ਤੁਸੀਂ ਗੱਲ ਕੀਤੀ ਹੈ। ਜਿਆਣੀ ਹੋਰੇ ਸਰਗਰਮ ਹੋ ਕੇ ਆਏ ਸੀ, ਉਹਨਾਂ ਨੇ ਕਾਫੀ ਕੁਝ ਕੀਤਾ, ਦਿੱਲੀ ਜਾਏ ਚੁੱਪ ਹੋ ਗਏ। ਜੋਸ਼ੀ ਹੈ, ਉਹਨਾਂ ਨੇ ਸਰਗਰਮੀ ਦਿਖਾਈ, ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਤੁਸੀਂ ਉਹਨਾਂ ਦੇ ਹੱਕ 'ਚ ਥੋੜ੍ਹਾ ਜਿਹਾ ਬੋਲੇ ਹੋ, ਤੁਹਾਨੂੰ ਨੋਟਿਸ ਆ ਗਿਆ। ਦੇਖੋ ਸੁਖਨੈਬ ਜੀ, ਵੀ ਪਹਿਲੀ ਗੱਲ ਤਾਂ ਇਹ ਹੈ, ਮੈਂ ਜੋਸ਼ੀ ਦੇ ਹੱਕ 'ਚ ਨਹੀਂ ਬੋਲਿਆ। ਮੈਂ ਜੋਸ਼ੀ ਦਾ ਸਮਰਥਨ ਇਸ ਲਈ ਨਹੀਂ ਕਰ ਰਿਹਾ ਵੀ ਜੋਸ਼ੀ ਕੋਈ ਮੇਰਾ ਮਿੱਤਰ ਹੈ ਜਾਂ ਮੇਰਾ ਦੋਸਤ ਹੈ। ਸਾਡੀ ਮਿੱਤਰਤਾ ਦੋਸਤੀ ਅਲੱਗ ਹੈ, ਉਹ ਅੱਡ ਰਹਿ ਗਿਆ। ਮੈਂ ਜੋਸ਼ੀ ਸਾਹਿਬ ਦਾ ਸਮਰਥਨ ਇਸ ਗੱਲ ਲਈ ਕਰ ਰਿਹਾ ਕਿਉਂਕਿ ਉਹਨਾਂ ਨੇ ਮੇਰੇ ਦਿਲ ਦੀ ਗੱਲ ਕੀਤੀ ਹੈ, ਮੇਰੀ ਜ਼ਮੀਰ ਦੀ ਗੱਲ ਕੀਤੀ, ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ। ਇੱਥੇ ਜੇ ਇੱਕ ਗੱਲ ਹੋਰ ਆਉਂਦੀ ਹੈ ਕਿ ਇਹ ਜਿਹੜਾ ਦਿਲ ਜ਼ਮੀਰਾਂ ਜਾਗ ਪੈਣੀਆਂ, ਨੇੜੇ ਵੋਟਾਂ ਆਉਂਦੀਆਂ, ਇਹ ਉਧਰ ਨੂੰ ਤਾਂ ਨਹੀਂ ਚੱਲ ਰਿਹਾ ਕੰਮ? ਕਿਉਂਕਿ ਬਾਈ ਜੀ, ਸੁਖਨੈਬ ਜੀ, ਮੈਨੂੰ ਇੱਕ ਵਿੱਚ ਗੱਲ ਕਰ ਲਓ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਪਿਛਲੇ ਸਤੰਬਰ ਤੋਂ ਅੱਜ ਲਗਭਗ 10-11 ਮਹੀਨੇ ਹੋ ਗਏ, ਔਰ ਉਹਦੀ ਲਗਭਗ ਕਿਸਾਨ ਅੰਦੋਲਨ ਸ਼ੁਰੂ ਹੋਇਆ। ਮੈਂ ਡੇ ਫਸਟ ਤੋਂ ਪਾਰਟੀ 'ਚ ਕਹਿ ਰਿਹਾ। ਜਦੋਂ ਹੁਣ ਸਾਡੀ ਪਾਰਟੀ ਉਹਨਾਂ ਨੇ ਸੁਣਨੀ ਗੱਲ ਬੰਦ ਕਰਤੀ, ਅੰਦਰ ਸਾਡੀ ਸੁਣਨੀ ਗੱਲ ਬੰਦ ਕਰਤੀ, ਸਾਨੂੰ ਇਹ ਮਹਿਸੂਸ ਹੋਣ ਲੱਗਿਆ ਵੀ ਸ਼ਾਇਦ ਪਾਰਟੀ ਨੂੰ ਲੱਗਦਾ 5-7 ਲੋਕ ਨੇ ਕੋਈ ਰਾਜਨੀਤੀ ਆਪਦੇ ਕਿਸੇ ਧੜੇਬਾਜ਼ੀ ਕਰਕੇ ਜਾਂ ਗੱਲ ਕਰ ਰਹੇ ਆ। ਤਾਂ ਸਾਨੂੰ ਲੋਕਾਂ ਨੇ ਵੀ ਕਿਹਾ, ਮਾਹੌਲ ਕਿਉਂ ਬਣਿਆ? ਅਨਿਲ ਜੋਸ਼ੀ ਜੀ ਨੇ ਕਾਰਜਕਾਰਨੀ ਦੀ, ਸਾਡੀ ਸੂਬੇ ਦੀ ਕਾਰਜਕਾਰਨੀ ਸੀ ਮਾਰਚ 'ਚ ਜੀ, ਉਸ ਕਾਰਜਕਾਰਨੀ 'ਚ ਉਹਨਾਂ ਨੇ ਰਾਜਨੀਤਿਕ ਪ੍ਰਸਤਾਵ ਤੇ ਬੋਲਦੇ ਹੋਏ ਗੱਲ ਰੱਖੀ ਵੀ ਅੱਜ ਦਾ ਜਿਹੜਾ ਪੋਲੀਟੀਕਲ ਪ੍ਰਸਤਾਵ ਹੈ ਜਾਂ ਰਾਜਨੀਤਿਕ ਪ੍ਰਸਤਾਵ ਹੈ, ਉਹ ਕਿਸਾਨ ਅੰਦੋਲਨ ਨੂੰ ਅੱਖੋਂ ਪਰੋਖੇ ਕਰਕੇ ਨਹੀਂ ਲਿਖਿਆ ਜਾ ਸਕਦਾ, ਔਰ ਉਹਨਾਂ ਦਾ ਸਮਰਥਨ ਕੀਤਾ। ਬਹੁਤ ਲੋਕਾਂ ਨੇ ਤਾੜੀਆਂ ਪਾਈਆਂ, 2 ਹਾਲਾਂ 'ਚ ਮੀਟਿੰਗ ਸੀ, ਔਰ ਜਦੋਂ ਉਸ ਤੋਂ ਬਾਅਦ ਲੰਚ ਟਾਈਮ ਸੀ, ਲੰਚ ਤੇ ਬਹੁਤ ਲੋਕਾਂ ਨੇ ਉਹਨਾਂ ਨੂੰ ਇਸ ਗੱਲ ਦੀ ਸ਼ਲਾਘਾ ਕੀਤੀ, ਸਪੋਰਟ ਕੀਤੀ ਵੀ ਤੁਸੀਂ ਜੋਸ਼ੀ ਜੀ ਬਹੁਤ ਵਰਕਰ ਦੇ ਦਿਲ ਦੀ ਗੱਲ ਕਹੀ ਹੈ। ਸਾਨੂੰ ਫਿਰ ਇਹ ਮਹਿਸੂਸ ਹੋਣ ਲੱਗਿਆ ਕਿ ਯਾਰ ਇਹ ਗੱਲ ਹੈ ਜਿਹੜੀ ਸਾਨੂੰ ਲੋਕ ਇਹ ਗੱਲ ਕਰਨੀ ਚਾਹੁੰਦੇ, ਸਾਨੂੰ ਪਬਲਿਕਲੀ ਵੀ ਇਹ ਗੱਲ ਕਹਿਣੀ ਚਾਹੀਦੀ ਹੈ। ਨਾਲ ਇੱਕ ਗੱਲ ਹੋਰ ਵੀ ਚੱਲ ਪਈ ਕਿ ਜੋਸ਼ੀ ਹੋਰਾਂ ਦੇ ਬਾਰੇ ਕਿ ਜੀ ਉਹ ਤਾਂ ਬੀਜੇਪੀ ਦੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ 'ਚ ਥਾਂ ਪੱਕੀ ਕਰਨਾ ਚਾਹੁੰਦੇ, ਉਧਰ ਨੂੰ ਨੇੜੇ ਹੋਣ ਦੇ ਯਤਨ ਦੇ ਵਜੋਂ ਇਹ ਸਰਗਰਮੀਆਂ ਤੁਹਾਡੀਆਂ ਵੀ ਕੁਛ ਇਹੋ ਜਿਹੀਆਂ ਤਾਂ ਨਹੀਂ? ਸੁਖਨੈਬ ਜੀ, ਜਿਹੜੇ ਪਾਰਟੀ ਦੇ ਵਿਰੋਧੀ ਬੰਦੇ ਨੇ, ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦੇ ਵਿਰੋਧੀ ਨੇ, ਪਾਰਟੀ ਦੀਆਂ ਜੜ੍ਹਾਂ ਕੁਤਰ ਰਹੇ ਨੇ, ਉਹ ਰੋਜ਼ ਨਵੀਂ ਅਫਵਾਹ ਤਿਆਰ ਕਰਦੇ ਆ ਕਿਉਂਕਿ ਉਹਨਾਂ ਨੂੰ ਆਪਣੀ ਖਿਸਕ ਦੀ ਜ਼ਮੀਨ ਨਜ਼ਰ ਆ ਰਹੀ ਹੈ। ਇਸ ਵੇਲੇ ਸਾਡੇ ਜਿਹੜੇ ਸੂਬੇ ਦੀ ਲੀਡਰਸ਼ਿਪ ਹੈ, ਉਹਨੇ ਧੜੇਬੰਦੀ ਚਰਮ ਤੇ ਕੀਤੀ ਹੋਈ ਹੈ ਪਾਰਟੀ 'ਚ। ਸਭ ਤੋਂ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ, ਮੈਂ ਤੁਹਾਨੂੰ ਹੋਰ ਵੱਡੀ ਗੱਲ ਕਰ ਦਿੰਦਾ। ਸਭ ਤੋਂ ਪਹਿਲਾਂ ਇਹ ਗੱਲ ਆਈ ਕਿ ਜੀ ਜੋਸ਼ੀ ਤਾਂ ਅਕਾਲੀ ਦਲ 'ਚ ਚੱਲਿਆ। ਫਿਰ ਉਹ ਗੱਲ ਦੀ ਹਵਾ ਨਿਕਲ ਗਈ ਕਿਉਂਕਿ ਜੋਸ਼ੀ ਸਾਹਿਬ ਨੇ ਹਰ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਕਿ ਜੀ ਮੈਂ ਤਾਂ ਜਿਹੜੇ ਮੇਰੀ ਗੱਡੀ ਸਾੜੀ ਗਈ ਹੈ, ਮੇਰੇ ਭਰਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, 10 ਸਾਲ MLA ਰਹਿੰਦੇ ਹੋਏ ਸਾਡੀ ਅਕਾਲੀ ਦਲ ਨਾਲ ਸਾਂਝੀ ਸਰਕਾਰ ਸੀ। ਜੇ ਸਭ ਤੋਂ ਵੱਧ ਸੰਘਰਸ਼ ਉਸ ਵੇਲੇ ਕੀਤਾ, ਤੁਸੀਂ ਅੰਮ੍ਰਿਤਸਰੋਂ ਵੀ ਪੁੱਛ ਲਿਓ, ਤੁਸੀਂ ਮੀਡੀਆ ਸਾਰਾ ਪੰਜਾਬ ਘੁੰਮਦੇ ਰਹੇ, ਤਰਨਤਾਰਨ ਵਾਲਾ ਵੀ ਛੱਡ ਦਿਓ, ਅੰਮ੍ਰਿਤਸਰ 'ਚ MLA ਹੁੰਦੇ ਹੋਏ ਸਭ ਤੋਂ ਵੱਧ ਜੇ ਧਰਨੇ ਲਾਏ ਹੈ ਤਾਂ ਉਹ ਅਨਿਲ ਜੋਸ਼ੀ ਨੇ ਲਾਏ ਹੈ। ਕਿਹਦੇ ਲਈ ਲਾਏ ਹੈ? ਉਦੋਂ ਵੀ ਉਹਨਾਂ ਨੇ ਕਿਹਾ ਸੀ
ਇੱਕ ਐਸਐਸਪੀ ਵਰਕਰਾਂ ਨੂੰ ਸਾਡਿਆਂ ਤੇ ਧੱਕਾ ਕਰਦਾ ਸੀ। ਉਹਨਾਂ ਨੇ ਧਰਨਾ ਲਾ ਕੇ ਸਰਕਾਰ ਨੂੰ ਕਿਹਾ ਸੀ ਵੀ ਜਾਂ ਵਰਕਰ ਰੱਖ ਲਓ ਜਾਂ ਐਸਐਸਪੀ ਰੱਖ ਲਓ। ਔਰ ਉਸ ਤੋਂ ਬਾਅਦ ਜਦੋਂ ਪਾਰਟੀ ਨੇ ਇਕੱਲੇ ਲੜਨ ਦਾ ਫੈਸਲਾ ਕੀਤਾ, ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀਆਂ, ਉਦੋਂ ਉਹਨਾਂ ਦੀ ਗੱਡੀ ਸਾੜੀ ਗਈ, ਉਹਨਾਂ ਦੇ 10 ਸਾਥੀਆਂ ਦੇ ਸ਼ਰਰੇ ਲੱਗੇ। ਫਿਰ ਉਸ ਤੋਂ ਅੱਗੇ ਆ ਜਾਓ 5 ਸਾਲ, ਜਦੋਂ ਮੰਤਰੀ ਸੀ 2015 ਦੀ ਗੱਲ ਹੈ, ਤਾਂ ਉਹਨਾਂ ਦੇ ਭਰਾ ਤੇ ਗੋਲੀ ਚੱਲੀ ਤਰਨਤਾਰਨ 'ਚ। ਤੇ ਮੈਨੂੰ ਨਹੀਂ ਲੱਗਦਾ ਇੱਕ ਮਿੰਟ ਤੁਸੀਂ, ਫਿਰ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਡਾ ਸਵਾਲ ਪੂਰਾ ਕਰਦਾ, ਫਿਰ ਤੁਸੀਂ ਗੱਲ ਚਲਾਈ ਜੀ ਅਰਵਿੰਦ ਕੇਜਰੀਵਾਲ ਪੰਜਾਬ 'ਚ ਆਉਂਦੇ ਆ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਕਰਨ, ਉਹਦੇ ਲక్ష్ਮੀਕਾਂਤਾ ਦੀ ਤੇ ਇਹਨਾਂ ਦਾ ਜ਼ਿਕਰ ਚੱਲਦਾ ਸੀ। ਤੇ ਜਿਹੜੇ ਸਾਡੇ ਪਾਰਟੀ ਦੇ ਕੁਛ ਆਗੂ ਨੇ ਪਰਦੇ ਪਿੱਛੋਂ ਜਿਹੜੀ ਸਿਆਸਤ ਕਰਦੇ ਨੇ, ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਇਹ ਪਵਾਇਆ ਕਿ ਜੀ ਜੋਸ਼ੀ ਚੱਲਿਆ ਕੱਲ੍ਹ ਨੂੰ। ਮੈਂ ਤੁਹਾਨੂੰ ਦੱਸਦਾ ਵੀ ਰਾਤ ਨੂੰ 2-2:30 ਵਜੇ ਤੱਕ ਮੈਨੂੰ ਫੋਨ ਕੜਕੀ ਗਏ। ਕੋਈ ਮੈਨੂੰ ਪੁੱਛੇ ਜੀ ਤੁਸੀਂ, ਮੈਂ ਆਪਦੇ ਘਰੇ ਸੁੱਤਾ ਪਿਆ ਸੀ ਜੀ, ਤੁਹਾਡੀ ਤਾਂ ਗੱਡੀ ਅੰਮ੍ਰਿਤਸਰ ਫਿਰਦੀ ਹੈ, ਕੋਈ ਕੁਛ ਕਵੇ ਕੋਈ ਕੁਛ, ਜਦੋਂ ਕਿ ਜੋਸ਼ੀ ਉਹਨਾਂ ਦਿਨਾਂ 'ਚ ਬਾਹਰ ਆਪਦੇ ਬੱਚਿਆਂ ਨਾਲ ਛੁੱਟੀ ਤੇ ਗਿਆ ਵਾ ਸੀ, ਛੁੱਟੀ ਮਨਾਉਣ ਗਿਆ ਵਾ ਸੀ। ਮਤਲਬ ਪਤਾ ਨਹੀਂ ਇਹ ਸਾਰੀਆਂ ਜਿਵੇਂ ਟੇਬਲ ਨਿਊਜ਼ ਹੁੰਦੀਆਂ ਨਾ, ਜਿਵੇਂ ਇਹ ਵੀ ਗੱਲ ਆ ਗਈ ਸੀ ਨਾ ਵਿੱਚ, ਆਪਾਂ ਹਮਲੇ ਦੀ ਗੱਲ ਕਰਦੇ ਸੀ ਕਿ ਜਿਹੜੇ ਵੇਲੇ ਉਹ ਮੰਤਰੀ ਸੀ, ਫਿਰ ਕੀ ਲੱਗਦਾ ਸੀ ਕਿ ਬੀਜੇਪੀ ਹਾਈ ਕਮਾਂਡ ਸੁਣਵਾਈ ਹੋਈ ਨਹੀਂ ਕਰਦੀ ਸੀ? ਦੇਖੋ ਪਾਰਟੀ ਜਿਹੜੀ ਹਿੰਦੂ ਸਿੱਖ ਏਕਤਾ ਲਈ, ਪੰਜਾਬ 'ਚ ਭਾਈਚਾਰਕ ਸਾਂਝ ਨੂੰ ਰੱਖਣ ਲਈ ਪਾਰਟੀ ਨੇ ਕਈ ਚੀਜ਼ਾਂ, ਪਾਰਟੀ ਦੀ ਲੀਡਰਸ਼ਿਪ ਕਹਿੰਦੀ ਸੀ ਵੀ ਸਾਨੂੰ ਕਈ ਚੀਜ਼ਾਂ ਪਿੱਛੇ ਰੱਖਣੀਆਂ ਪੈਣੀਆਂ, ਜਿਹੜੀਆਂ ਵੱਡੀ ਜਿਹੜੀ ਸਾਡੇ ਲਈ ਅੱਜ ਵੀ ਜਿਹੜੀ ਸਾਡੇ ਲਈ ਹੈ, ਜੋਸ਼ੀ ਸਾਹਿਬ ਹੈ, ਮੈਨੂੰ ਲੱਗਦਾ ਜਿਹੜੇ ਵੀ ਪੰਜਾਬ ਦੇ ਹਿੱਤ ਚਿੰਤਕ ਉਹ ਕਿਸੇ ਵੀ ਪਾਰਟੀ 'ਚ ਬੈਠੇ ਹੋਣ, ਔਰ ਲੱਗਦਾ ਵੀ ਹੋਊਗਾ ਔਰ ਲੱਗਣਾ ਵੀ ਚਾਹੀਦਾ ਹੈ, ਚਾਹੇ ਉਹ ਮੀਡੀਆ 'ਚ ਬੈਠੇ ਹੋਣ। ਸਭ ਤੋਂ ਜ਼ਰੂਰੀ ਅੱਜ ਸਾਡੇ ਲਈ ਪੰਜਾਬ 'ਚ ਭਾਈਚਾਰਕ ਸਾਂਝ ਹੈ। ਜੇ ਪੰਜਾਬ 'ਚ ਭਾਈਚਾਰਕ ਸਾਂਝ ਹੋਊਗੀ, ਉਹਦੇ ਨਾਲ ਸਾਡਾ ਅਰਥਚਾਰਾ ਵੀ ਮਜ਼ਬੂਤ ਹੋਊਗਾ, ਸਾਡੀਆਂ ਹੋਰ ਬਹੁਤ ਚੀਜ਼ਾਂ ਨੇ। ਅਸੀਂ 20 ਸਾਲ ਕਾਲਾ ਸਮਾਂ ਦੇਖ ਝੱਲ ਕੇ ਬਹੁਤ ਨੁਕਸਾਨ ਕੀਤਾ ਹੈ। ਸਾਡੇ ਸੂਬੇ 'ਚ ਜਿਹੜੀ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਸੀ ਜਾਂ ਆਉਣੀ ਸੀ, ਉਹ ਬਾਹਰ ਚਲੀ ਗਈ, ਹਰਿਆਣੇ 'ਚ ਚਲੀ ਗਈ, ਮੱਧ ਪ੍ਰਦੇਸ਼ ਚਲੀ ਗਈ। ਅੱਜ ਅਸੀਂ ਉਹਦਾ ਸੰਤਾਪ ਭੋਗ ਰਹੇ ਹਾਂ। ਅੱਜ ਹਰਿਆਣੇ ਦਾ ਜਿਹੜੀ ਟੈਕਸ ਕਲੈਕਸ਼ਨ ਹੈ ਸਾਡੇ ਤੋਂ 3 ਗੁਣਾ ਜ਼ਿਆਦਾ ਹੋਊਗੀ ਜੀ। ਮੋਹਿਤ ਜੀ, ਤੁਹਾਨੂੰ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਨੋਟਿਸ ਦਿੱਤਾ ਗਿਆ, ਕਾਰਨ ਦੱਸੋ ਨੋਟਿਸ? ਕੀ ਅਧਿਕਾਰਤ ਤੌਰ ਦੇ ਉੱਤੇ ਹੋ ਸਕਦਾ ਇੱਕ ਕਾਰਜਕਾਰਨੀ ਕਮੇਟੀ ਦਾ ਮੈਂਬਰ ਹੋਵੇ ਸੂਬੇ ਦੀ ਦਾ ਤੇ ਉਹਨੂੰ ਜ਼ਿਲ੍ਹਾ ਪ੍ਰਧਾਨ ਨੋਟਿਸ ਦੇ ਸਕਦਾ? ਦੇਖੋ ਸਤਨੈਬ ਜੀ, ਜਿਹੜੀ ਸੰਵਿਧਾਨਕ ਗੱਲ ਹੈ, ਪਹਿਲੀ ਗੱਲ ਤਾਂ ਜ਼ਿਲ੍ਹਾ ਪ੍ਰਧਾਨ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਨੂੰ ਨੋਟਿਸ ਨਹੀਂ ਦੇ ਸਕਦਾ। ਦੂਜੀ ਗੱਲ, ਮੈਨੂੰ ਉਸ ਵਿਅਕਤੀ ਤੋਂ ਨੋਟਿਸ ਦਿੱਤਾ ਗਿਆ ਜਿਹਨੇ ਆਪ ਅਨੁਸ਼ਾਸਨ ਭੰਗ ਕੀਤਾ ਹੋਇਆ, ਆਪ ਚੁਣਾਵ ਹੈ ਜਿਹੜਾ ਆਜ਼ਾਦ ਤੌਰ ਤੇ ਲੜੇ। ਪਰ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਤੋਂ ਉਹਨਾਂ ਨੇ ਜਵਾਬ ਮੰਗਿਆ, ਤੁਸੀਂ ਵੀ ਨੋਟਿਸ ਪੜ੍ਹਿਆ ਹੋਣਾ। ਨੋਟਿਸ 'ਚ ਉਹਨਾਂ ਨੇ ਇਹ ਨਹੀਂ ਦੱਸਿਆ ਮੈਂ ਕੀ ਅਨੁਸ਼ਾਸਨਹੀਨਤਾ ਕੀਤੀ ਹੈ, ਔਰ ਮੈਂ ਜਵਾਬ ਵੀ ਉਹਨਾਂ ਨੂੰ ਦੇਤਾ। ਕੀ ਲਿਖਿਆ ਤੁਸੀਂ ਜਵਾਬ 'ਚ? ਮੈਂ ਤਾਂ ਜਵਾਬ 'ਚ ਉਹਨਾਂ ਨੂੰ ਇਹੀ ਪੁੱਛਿਆ ਵੀ ਤੁਸੀਂ, ਮੈਂ ਤਾਂ ਜਿਹੜੀ ਗੱਲ ਮੈਂ ਤੁਹਾਨੂੰ ਇੰਟਰਵਿਊ ਸ਼ੁਰੂ ਹੁੰਦੇ ਕਿਹਾ ਵੀ ਜਿਵੇਂ ਮੈਂ ਪਾਰਟੀ ਦਾ ਨਿਸ਼ਠਾਵਾਨ ਵਰਕਰ ਹਾਂ, ਉਨੀ ਨਿਸ਼ਠਾ ਮੇਰੀ ਇਸ ਮਾਤਰ ਭੂਮੀ ਲਈ ਵੀ ਹੈ। ਇਸ ਜਿਹੜੀ ਮੇਰੀ ਜੰਨੀ ਧਰਤੀ ਹੈ, ਇੱਥੋਂ ਦਾ ਮੈਂ ਪਾਣੀ ਪੀਤਾ, ਮੈਂ ਇੱਥੋਂ ਦੀ ਅੰਨ ਖਾਂਦਾ, ਮੈਂ ਇੱਥੋਂ ਦਾ ਪੌਣ ਪਾਣੀ ਆਨੰਦ ਮਾਣਦਾ। ਇੱਥੋਂ ਜੇ ਮੈਂ ਨੇਤਾ ਬਣਿਆ, ਮੈਨੂੰ ਲੋਕ ਆਗੂ ਕਹਿੰਦੇ, ਤਾਂ ਇੱਥੋਂ ਦੇ ਲੋਕ ਕਹਿੰਦੇ ਆ, ਮੈਨੂੰ ਯੂਪੀ ਵਾਲੇ ਆਗੂ ਨਹੀਂ ਕਹਿੰਦੇ, ਮੈਨੂੰ ਬਿਹਾਰ ਵਾਲੇ ਆਗੂ ਨਹੀਂ ਕਹਿੰਦੇ, ਮੈਨੂੰ ਪੰਜਾਬ ਦੇ ਲੋਕ ਆਗੂ ਕਹਿੰਦੇ ਆ। ਤੇ ਮੇਰੀ ਉਹਨਾਂ ਲਈ ਜ਼ਿੰਮੇਵਾਰੀ ਹੈ, ਕਿਉਂਕਿ ਜਦੋਂ ਵੀ ਅਸੀਂ ਕਿਤੇ ਲੋਕਾਂ ਕੋਲੇ ਜਾਂਦੇ ਹਾਂ, ਅਸੀਂ ਵੀ ਪਿੰਡਾਂ 'ਚ ਜਾਂਦੇ ਹਾਂ, ਸ਼ਹਿਰਾਂ 'ਚ ਮੀਟਿੰਗਾਂ ਕਰਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੀ ਬੁਲੰਦ ਆਵਾਜ਼ ਬਣ ਕੇ ਗੱਲ ਕਰਾਂਗੇ, ਤੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ। ਇਹ ਬੁਲੰਦ ਆਵਾਜ਼ ਕਦੇ ਦਿੱਲੀ ਦੇ ਵਿੱਚ ਜਾ ਕੇ ਬੋਲਦੀ ਆ? ਬੋਲਦੀ ਹੈ ਜੀ, ਸੁਣਿਆ ਜਾਂਦਾ ਉੱਥੇ, ਹਰ ਜਗ੍ਹਾ ਬੋਲਦੀ ਹੈ। ਦੇਖੋ ਸੁਣਨਾ ਨਾ ਸੁਣਨਾ ਅਲੱਗ ਚੀਜ਼ ਹੈ। ਆਪਾਂ ਇੰਟਰਵਿਊ ਕਰ ਰਹੇ ਹਾਂ, ਤੁਸੀਂ ਇੰਟਰਵਿਊ ਕਾਸਟ ਕਰੋਗੇ, ਸਹੀ ਹੈ, ਕੋਈ ਲਾ ਕੇ ਸੁਣੇ ਜਾਂ ਕੋਈ ਤੁਹਾਡਾ ਮਿੱਤਰ ਵੀ ਹੋਵੇ, ਵਿਊ ਦਿਖਾਉਣ ਪਿੱਛੇ ਉਹਨੂੰ ਔਨ ਕਰਕੇ ਛੱਡ ਦੇ, ਤਾਂ ਉਹ ਅਲੱਗ ਚੀਜ਼ ਹੈ। ਸਾਡਾ ਫਰਜ਼ ਹੈ, ਚੌਕੀਦਾਰ ਦਾ ਕੰਮ ਹੈ ਜਾਗਦੇ ਰਹੋ ਕਹਿਣਾ। ਹੁਣ ਜਿਹੜਾ ਗਾਂਹ ਵਾਲਾ ਜਾਗੇ ਸੌਵੇਂ, ਉਹ ਅਗਲੇ ਦੇ ਮੁਦੱਸਰ ਹੈ। ਤੁਸੀਂ ਆੜ੍ਹਤੀਆਂ ਦੀ ਗੱਲ ਕੀਤੀ, ਕਿਸਾਨਾਂ ਮਜ਼ਦੂਰਾਂ ਦੀ ਗੱਲ ਕੀਤੀ, ਆਪਦੇ ਜਿਹੜਾ ਪੱਖ ਮੀਡੀਆ ਦੇ ਵਿੱਚ ਆਇਆ। ਬਈ ਜੀ, ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਹੈ, ਬਾਕੀ ਵਰਕਰਾਂ ਨੂੰ ਵੀ ਪਤਾ ਹੋਣਗੀਆਂ, ਕਿ ਇਹ ਹਾਈ ਕਮਾਂਡ ਤੱਕ, ਪ੍ਰਧਾਨ ਮੰਤਰੀ ਤੱਕ ਨਹੀਂ ਪਹੁੰਚਦੀਆਂ, ਕਿ ਲੋਕਾਂ ਦੇ ਮਨਾਂ 'ਚ ਇੰਨਾ ਰੋਹ ਹੈ? ਦੇਖੋ ਸਿੱਧੂ ਜੀ, ਜਿਹੜੀ ਤੁਸੀਂ ਗੱਲ ਕਰਦੇ ਹੋ, 90% ਜਿਹੜੇ ਵਰਕਰ ਆ ਉਹ ਮੇਰੀ, ਜੋਸ਼ੀ ਸਾਹਿਬ ਦੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਦਾ ਵਿਅਕਤੀ, ਉਹਦੇ ਨਾਲ ਸਹਿਮਤ ਨਹੀਂ। ਪਰ ਜਿਹੜੀ ਤੁਸੀਂ ਉੱਪਰ ਪਹੁੰਚਣ ਦੀ ਗੱਲ ਕਰਦੇ, ਮੈਨੂੰ ਲੱਗਦਾ ਵੀ ਜਿਹੜੀ ਸਾਡੀ ਸੂਬੇ ਦੀ ਲੀਡਰਸ਼ਿਪ ਹੈ, ਉਹਨੇ ਇੱਕ ਬਹੁਤ ਵੱਡਾ ਗੁੰਮਰਾਹ ਕਰਨ ਦਾ ਕੰਮ ਕੇਂਦਰ ਦੀ ਲੀਡਰਸ਼ਿਪ ਨੂੰ ਕੀਤਾ। ਉਹ ਕਿਵੇਂ ਕੀਤਾ? ਦੇਖੋ, ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਹੈ, ਅਸੀਂ ਪ੍ਰਧਾਨ ਬੇਸ ਪਾਰਟੀ ਹੈ। ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ, ਮੈਨੂੰ ਪ੍ਰਧਾਨ ਦੀ ਕੁਰਸੀ ਤੇ ਜਿਹੜਾ ਬੰਦਾ ਜ਼ਿਲ੍ਹੇ ਦੇ ਲਈ ਮੇਰੇ ਲਈ ਰਿਸਪੈਕਟਡ ਹੈ, ਉਹਨੇ ਮੈਨੂੰ ਨੋਟਿਸ ਦਿੱਤਾ, ਮੈਂ ਉਸ ਨੋਟਿਸ ਦਾ ਜਵਾਬ ਦਿੱਤਾ। ਮੈਂ ਉਹਦੇ 'ਚ ਕਿੰਤੂ ਪਰੰਤੂ ਨਹੀਂ ਕਰਦਾ, ਚਾਹੇ ਉਹਦੇ ਸੰਵਿਧਾਨਕ ਪਹਿਲੂ ਕੋਈ ਵੀ ਰਹੇ ਹੋਣ।
ਸਾਡੀ ਜਿਹੜੀ ਪਾਰਟੀ ਹੈ ਪ੍ਰਧਾਨ ਬੇਸ ਪਾਰਟੀ ਹੈ। ਜੇ ਸਾਡੇ ਜ਼ਿਲ੍ਹੇ ਦੀ ਗੱਲ ਸੁਣੀ ਜਾਣੀ ਹੈ ਤਾਂ ਜ਼ਿਲ੍ਹਾ ਪ੍ਰਧਾਨ ਦੀ ਸੁਣੀ ਜਾਣੀ ਹੈ। ਜੇ ਸੂਬੇ ਦੀ ਗੱਲ ਸੁਣੀ ਜਾਣੀ ਹੈ ਤਾਂ ਸੈਂਟਰ ਨੇ ਗੱਲ ਸੁਣੀ ਹੈ, ਸੂਬਾ ਪ੍ਰਧਾਨ ਦੀ ਸੁਣਨੀ ਹੈ। ਮੈਨੂੰ ਲੱਗਦਾ ਉਹਨਾਂ ਨੇ ਜਾਂ ਤਾਂ ਉਹਦਾ ਪੱਖ ਹੀ ਨਹੀਂ ਰੱਖ ਸਕੇ ਉੱਥੇ, ਉਹਨਾਂ ਨੂੰ ਲੱਗਿਆ ਹੀ ਨਹੀਂ ਵੀ ਅਸੀਂ ਪੱਖ ਰੱਖ ਸਕਦੇ ਹਾਂ, ਜਾਂ ਉਹਨਾਂ ਨੇ ਗੁੰਮਰਾਹ ਕਰਨ ਨੂੰ ਪੱਖ ਰੱਖਿਆ। ਕਿਉਂਕਿ ਹੁਣ ਵੀ ਪਰਸੋਂ ਵੀ ਮੈਨੂੰ ਕਈ ਸਾਡੇ ਲੀਡਰਾਂ ਦਾ ਫੋਨ ਆਇਆ ਕਿ ਜੀ ਇਹ ਤਾਂ ਚੰਦ ਲੋਕ ਨੇ। ਮੈਂ ਕਿਹਾ ਜੀ ਸਭ ਤੋਂ ਵੱਡੀ ਬੇਵਕੂਫੀ, ਤੁਸੀਂ ਅੱਜ ਵੀ ਇਹ ਗੱਲ ਕਹਿ ਰਹੇ ਹੋ, ਇਹ ਸਭ ਤੋਂ ਵੱਡੀ ਬੇਵਕੂਫੀ ਹੈ। ਇਹ ਚੰਦ ਲੋਕ ਉਹ ਲੋਕ ਕਹਿ ਸਕਦੇ ਆ ਜਿਹੜੇ ਕਿਸੇ ਬੰਦ ਕਮਰੇ 'ਚ ਏਸੀ ਕਮਰੇ 'ਚ ਬੈਠੇ ਆ, ਜਿਨ੍ਹਾਂ ਦਾ ਪਿੰਡਾਂ 'ਚ, ਸ਼ਹਿਰਾਂ 'ਚ, ਮੰਡੀਆਂ 'ਚ, ਕਸਬਿਆਂ 'ਚ ਆਉਣ ਜਾਣ ਹੈ, ਸੰਪਰਕ ਹੈ। ਉਹ ਨਹੀਂ ਕਹਿ ਸਕਦੇ ਵੀ ਅੰਦੋਲਨ ਚੰਦ ਲੋਕਾਂ ਦਾ। ਇਹ ਅੰਦੋਲਨ ਕਿਸਾਨਾਂ ਦਾ ਵੀ ਨਹੀਂ। ਮੈਂ ਕੱਲ੍ਹ ਵੀ ਇੱਕ ਇੰਟਰਵਿਊ 'ਚ ਕਿਹਾ ਸੀ, ਮੈਂ ਤੁਹਾਡੇ ਮਾਧਿਅਮ ਰਾਹੀਂ ਨੇ ਵੀ ਕਹਿਣਾ, ਨਾ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਵੀ ਨਹੀਂ, ਇਹ ਅੰਦੋਲਨ ਅੱਜ ਸਮੂਹ ਪੰਜਾਬੀਆਂ ਦਾ ਅੰਦੋਲਨ ਹੈ ਪੰਜਾਬ 'ਚ। ਕਿਉਂਕਿ ਉਹਦਾ ਕਾਰਨ ਹੈ ਬਹੁਤ ਵੱਡਾ, ਜਿਹਦੀ MSP ਹੈ। ਜਦੋਂ ਸਟਾਰਟਿੰਗ 'ਚ ਕਿਸਾਨ ਜਥੇਬੰਦੀਆਂ ਨੇ MSP ਦੀ ਗੱਲ ਕੀਤੀ ਵੀ MSP ਲੋਕਾਂ ਦੇ ਮਨ 'ਚ ਭੁਲੇਖਾ ਆਇਆ ਵੀ ਇਸ ਦੇ ਆਉਣ ਨਾਲ ਸਰਕਾਰੀ ਖਰੀਦ ਬੰਦ ਹੋ ਜਾਣੀ ਹੈ। ਸਹੀ। ਦੇਖੋ ਸੁਖਨੈਬ ਜੀ, ਸਾਡੇ ਦੋ ਫਸਲਾਂ ਮੇਨ ਹੁੰਦੀਆਂ, ਕਣਕ ਤੇ ਝੋਨਾ। ਬਿਲਕੁਲ। ਜਦੋਂ ਕਣਕ ਦੀ ਫਸਲ ਆਉਂਦੀ ਹੈ 15 ਅਪ੍ਰੈਲ ਨੂੰ, 12 ਅਪ੍ਰੈਲ ਨੂੰ ਕਣਕ ਆਉਣ ਲੱਗਦੀ ਹੈ ਸਾਡੇ ਜ਼ਿਲ੍ਹੇ 'ਚ, ਔਰ 30 ਅਪ੍ਰੈਲ ਜਾਂ 5-7 ਮਈ ਤੱਕ ਉਹ ਕਣਕ ਦੀ ਫਸਲ ਨਿਬੜ ਜਾਂਦੀ ਹੈ। ਜਿਵੇਂ ਜਿਵੇਂ ਫਸਲ ਤੁਲਦੀ ਜਾਂਦੀ ਹੈ 32,000 ਕਰੋੜ ਰੁਪਈਆ, 30 ਤੋਂ 32,000, ਕਦੇ 30 ਹੋ ਜਾਂਦਾ, ਕਦੇ 31 ਹੋ ਜਾਂਦਾ, ਕਦੇ 32 ਹੋ ਜਾਂਦਾ, ਉਹ ਸਾਡੇ ਪੰਜਾਬ ਦੇ ਕਿਸਾਨਾਂ ਦੇ ਖਜ਼ਾਨੇ 'ਚ ਆ ਜਾਂਦਾ 5-7 ਦਿਨਾਂ ਬਾਅਦ। ਇਸੇ ਤਰੀਕੇ ਝੋਨੇ ਤੇ ਆਪਾਂ ਚਲੇ ਜਾਈਏ, ਸਹੀ, ਉਨੀ ਰਕਮ ਹੀ ਲਗਭਗ ਫੇਰ ਆ ਜਾਂਦੀ ਹੈ। ਜਿਹੜਾ ਇੱਥੋਂ ਦਾ ਵਪਾਰੀ ਹੈ, ਵਪਾਰੀ ਨੂੰ ਇਹ ਲੱਗਦਾ ਹੈ ਵੀ ਯਾਰ ਜੇ ਇਹ MSP ਜਾਂ ਸਰਕਾਰੀ ਖਰੀਦ ਬੰਦ ਹੋ ਗਈ ਤਾਂ ਜਿਹੜਾ ਉਹ ਜਿਹੜਾ 64,000 ਕਰੋੜ ਰੁਪਈਆ ਸਾਲ 'ਚ, ਉਹ ਪੰਜਾਬ ਦੇ ਅਰਥਚਾਰੇ ਦੀ ਮੂਲ ਰੀੜ੍ਹ ਦੀ ਹੱਡੀ ਹੈ। ਕਿਉਂਕਿ ਜਿਹੜੀ ਪੰਜਾਬ ਦੀ ਇਕਨੋਮੀ ਆ ਉਹ ਖੇਤੀ ਬੇਸ ਇਕਨੋਮੀ ਹੈ, ਔਰ ਖੇਤੀ 'ਚ ਵੀ ਜਿਹੜਾ 99% ਰੋਲ ਹੈ ਉਹ ਕਣਕ ਝੋਨੇ ਦਾ, ਕਿਉਂਕਿ ਅਸੀਂ ਹੋਰ ਡਿਵਰਸੀਫਿਕੇਸ਼ਨ ਵਾਲੇ ਪਾਸੇ ਗਏ, ਕਾਮਯਾਬੀ ਨਹੀਂ ਹੋਈ ਸਾਡੇ। ਫਿਰ ਦੂਜੀ ਚੀਜ਼ ਕੀ ਹੋਈ, ਉਹ ਜਿਹੜਾ ਪੈਸਾ ਹੈ ਕਿਸਾਨ ਤੋਂ ਆੜਤੀਏ ਕੋਲੇ ਚਲਾ ਗਿਆ, ਆੜਤੀਏ ਤੋਂ ਕਿਸਾਨ ਨੇ ਕੋਈ ਵਿਆਹ ਕਰਨਾ ਹੈ, ਕੱਪੜੇ ਵਾਲੇ ਕੋਲੇ ਚਲਾ ਗਿਆ, ਦਰਜੀ ਕੋਲੇ ਚਲਾ ਗਿਆ, ਜੇ ਉਹਨੇ ਕੋਈ ਕਾਰ ਸਮਰਾਉਣੀ ਹੈ, ਕੋਈ ਟਰੈਕਟਰ ਸਪੇਅਰ ਪਾਰਟ ਵਾਲਿਆਂ ਕੋਲੇ ਚਲੇ ਗਿਆ, ਮਿਸਤਰੀ ਕੋਲੇ ਚਲੇ ਗਿਆ, ਜੇ ਉਹਨੇ ਕੋਈ ਆਪਦਾ ਵਿਆਹ ਦਾ ਕਾਰਜ ਕਰਨਾ ਹੈ, ਉਹ ਹੋਟਲ ਵਾਲੇ ਕੋਲੇ ਚਲਾ ਗਿਆ, ਉੱਥੇ ਕੰਮ ਕਰਦੇ ਹਲਵਾਈ ਕੋਲੇ ਚਲਾ ਗਿਆ, ਵੇਟਰ ਕੋਲੇ ਚਲੇ। ਸਾਡੇ ਸਾਰੇ ਲੋਕ ਉਸ ਨਾਲ ਇੰਟਰਕਨੈਕਟਡ ਨੇ। ਔਰ ਕਈ ਬੰਦੇ ਐਸੇ ਨੇ, ਤੁਸੀਂ ਮੰਡੀਆਂ ਦੀ ਗੱਲ ਕਰ ਲਓ, ਜਿਹੜੀ ਲੇਬਰ ਆਪਾਂ ਗੱਲਾ ਮਜ਼ਦੂਰ ਕਹਿੰਦੇ ਆ ਜਿਨ੍ਹਾਂ ਨੂੰ, ਉਹ ਆਮ ਸਾਡੇ ਜਿਹੜੇ ਉੱਪਰ ਬੈਠੇ ਉਹਨਾਂ ਦੇ ਸਮਝ ਨਹੀਂ ਆਉਣੀ ਗੱਲਾ ਮਜ਼ਦੂਰ ਕੀ ਹੁੰਦਾ ਹੈ। ਗੱਲਾ ਮਜ਼ਦੂਰ ਉਹਨੂੰ ਕਿਹਾ ਜਾਂਦਾ ਜਿਹੜੀ ਫਸਲ ਦੀ ਸਾਂਭ ਸੰਭਾਈ ਤੋਂ ਲੈ ਕੇ ਤੋਲ ਤਲਾਈ ਤੱਕ ਉਹ ਕੰਮ ਕਰਦੇ ਆ। ਸਹੀ। ਉਹ 1 ਮਹੀਨਾ ਕੰਮ ਕਰਦੇ ਆ, ਉਹ 1 ਮਹੀਨੇ ਨਾਲੋਂ 6 ਮਹੀਨਿਆਂ ਦੇ ਪੈਸੇ ਕਮਾ ਲੈਂਦੇ ਆ। 5 ਮਹੀਨੇ ਚਾਹੇ ਥੋੜਾ ਕੰਮ ਕਰਨ ਬਹੁਤਾ ਕਰਨ, ਉਹਨਾਂ ਦਾ ਘਰ ਚੱਲਦਾ ਹੈ। ਉਹ ਸਾਰੇ ਲੋਕਾਂ ਨੂੰ ਲੱਗਿਆ ਵੀ ਇਹ ਸਾਡੀ ਰੋਟੀ ਤੇ ਡੱਕ ਹੈ। ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਦਿਵਾ ਸਕੇ ਵੀ MSP ਸਟਾਰਟਿੰਗ 'ਚ 2 ਮੰਗਾਂ ਸੀ ਉਹਨਾਂ ਦੀਆਂ। ਜੇ ਦੋਨਾਂ ਮੰਗਾਂ, ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸਾਡੀ ਸੂਬੇ ਦੀ ਲੀਡਰਸ਼ਿਪ ਦੀ ਕਮੀ ਰਹੀ, ਜੋ ਦੋਨੇ ਮੰਗਾਂ ਉਦੋਂ ਉੱਥੇ ਜ਼ੋਰ ਪਾ ਕੇ ਪ੍ਰੈਸ਼ਰ ਬਣਾ ਕੇ ਹੱਲ ਕਰਾ ਦਿੰਦੇ ਤਾਂ ਇੰਨਾ ਮਸਲਾ ਹੀ ਨਹੀਂ ਸੀ ਹੋਣਾ। ਮੈਂ ਤਾਂ ਇਹ ਵੀ ਗੱਲ ਕਹਿਣਾ, ਜੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਵਰਕਰ ਕੈਦ 'ਚ ਬੈਠਾ ਹੈ, ਆਪਦੇ ਘਰੇ ਬੰਦ ਬੈਠਾ ਹੈ, ਜਾਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਛੱਤਾਂ ਤੋਂ ਝੰਡੇ ਲੱਥੇ ਹੈ, ਜਾਂ ਮੋਦੀ ਸਾਹਿਬ ਦੀ ਮੁਰਦਾਬਾਦ ਹੋ ਰਹੀ ਹੈ, ਉਹਨਾਂ ਦੇ ਪੁਤਲੇ ਸਾੜੇ ਜਾ ਰਹੇ, ਉਹਦੇ ਵੀ ਜ਼ਿੰਮੇਵਾਰ ਜਿਹੜੇ ਸਾਡੀ ਸੂਬਾ ਲੀਡਰਸ਼ਿਪ ਉਹ ਜ਼ਿੰਮੇਵਾਰ ਹੈ। ਹਰਜੀਤ ਗਰੇਵਾਲ ਵਰਗੇ ਕਿੰਨੀਆਂ ਕੁ ਵੋਟਾਂ ਪੱਕੀਆਂ ਕਰ ਰਿਹਾ? ਦੇਖੋ, ਮੈਂ ਕਿਸੇ ਦੇ ਨਾਮ ਤੇ ਨਹੀਂ ਜਾਣਾ, ਜੋ ਵਿਅਕਤੀ ਉਹਨਾਂ ਦੀ ਜਿਹੜੀ ਬੋਲ ਬਾਣੀ, ਮੈਂ ਸੁਣ, ਜੋ ਵਿਅਕਤੀ, ਮੈਂ ਮੇਰਾ ਜਵਾਬ ਸੁਣ ਲਓ, ਜਿਹੜੇ ਵੀ ਵਿਅਕਤੀ ਜਾਂ ਜਿਹੜੇ ਵੀ ਲੋਕ ਸਮਾਜ ਦੇ ਖਿਲਾਫ ਗੱਲ ਕਰਦੇ, ਕਿਸੇ ਵੀ ਸਮਾਜ ਦੀ ਗੱਲ ਹੋਵੇ, ਉਹ ਵਿਅਕਤੀ ਕਦੇ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਨਿੱਜੀ ਆਪ ਦਾ ਵੀ ਭਲਾ ਨਹੀਂ ਕਰ ਸਕਦੇ, ਉਹ ਨੁਕਸਾਨ ਹੀ ਕਰਦੇ ਹੈ। ਮੈਂ ਜਿਹੜੀ ਸਤੰਬਰ ਤੁਹਾਨੂੰ ਗੱਲ ਕੀ ਹੈ, ਸਭ ਤੋਂ ਪਹਿਲਾਂ ਜਿਹੜਾ ਮੈਂ ਸਭ ਤੋਂ ਪਹਿਲਾਂ ਇਤਰਾਜ਼ ਉਠਾਇਆ ਸੀ, ਕਿਉਂਕਿ ਕੱਲ੍ਹ ਨੂੰ ਸਾਡਾ ਕੋਈ ਲੀਡਰ ਕਵੇ ਵੀ ਜੇ ਉਦੋਂ ਇਹਨਾਂ ਨੇ ਇਹ ਗੱਲ ਕੀਤੀ ਸੀ, ਮੈਂ ਤੁਹਾਨੂੰ ਦੱਸਦਾ, ਮੈਂ ਸਭ ਤੋਂ ਪਹਿਲਾਂ ਇਤਰਾਜ਼ ਉਠਾਇਆ ਸੀ। ਸਾਡੇ ਕੁਝ ਲੀਡਰਾਂ ਨੇ ਕਹਿਣਾ ਸ਼ੁਰੂ ਕੀਤਾ ਸੀ ਵੀ ਜੀ ਜਿਹੜੇ ਵਿਚੋਲੇ ਆੜਤੀਏ, ਅਸੀਂ ਵਿਚੋਲਾ ਖਤਮ ਕਰਨਾ ਹੈ। ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਸੀ ਵੀ ਜਿਹੜਾ ਵਿਚੋਲਾ ਹੈ, ਆੜਤੀਆ ਕਦੇ ਵਿਚੋਲਾ ਨਹੀਂ ਹੋ ਸਕਦਾ। ਇਹ ਲਾਇਸੈਂਸ ਸਰਕਾਰ ਦਾ ਮਨਜ਼ੂਰ ਸ਼ੁਦਾ ਵਪਾਰੀ ਹੈ। ਜਦੋਂ AMC ਬਣਿਆ ਸੀ, ਮੰਡੀ ਮਾਰਕੀਟਿੰਗ ਐਕਟ ਬਣਿਆ ਸੀ, ਉਸ ਵੇਲੇ ਇਹਨਾਂ ਨੂੰ ਲਾਇਸੈਂਸ ਦਿੱਤੇ ਗਏ ਸੀ। ਜਿਹੜਾ ਆੜਤੀ ਹੈ ਉਹ ਸਰਵਿਸ ਪ੍ਰੋਵਾਈਡਰ ਹੈ, ਔਰ ਜਿਹੜੀ ਗਵਰਨਮੈਂਟ ਆਫ ਇੰਡੀਆ ਅੱਜ ਵੀ ਸਰਵਿਸ ਪ੍ਰੋਵਾਈਡਰਾਂ ਤੇ ਬਹੁਤ ਜ਼ਿਆਦਾ ਉਹਨੂੰ ਪ੍ਰੋਤਸਾਹਿਤ ਕਰਨ ਤੇ ਲੱਗੀ ਹੋਈ ਹੈ। ਸਰਵਿਸ ਪ੍ਰੋਵਾਈਡਰ ਹੋਣ ਦੇ ਨਾਤੇ
ਆੜਤੀਆ GST ਕਲੈਕਸ਼ਨ ਵੀ ਕਰਕੇ ਦਿੰਦਾ ਸਰਕਾਰ ਨੂੰ, ਆੜਤੀਆ ਮੰਡੀ ਫੀਸ ਵੀ ਕਰਕੇ ਦਿੰਦਾ, ਆੜਤੀਆ ਇਨਕਮ ਟੈਕਸ ਦਾ ਵੀ ਦਿੰਦਾ। ਸਹੀ। ਆੜਤੀਆ ਉਸ 'ਚ ਜ਼ਿਮੀਦਾਰ ਦੀ ਕਣਕ ਸਾਂਭਣ ਦਾ ਕੰਮ ਵੀ ਕਰਦਾ ਹੈ, ਜ਼ਿਮੀਦਾਰ ਦੀ 6 ਮਹੀਨੇ ਕਣਕ ਪਾਲ ਕੇ ਵੀ ਦਿੰਦਾ ਹੈ। ਉਸ ਤੋਂ ਬਾਅਦ ਆੜਤੀਆ ਲੇਬਰ ਦਾ ਵੀ ਧਿਆਨ ਰੱਖਦਾ ਹੈ, ਆੜਤੀਆ ਸਰਕਾਰ ਨੂੰ ਟੈਕਸ ਕਲੈਕਸ਼ਨ ਕਰਕੇ ਵੀ ਦਿੰਦਾ ਹੈ। ਟੈਕਸ ਕਲੈਕਸ਼ਨ ਏਜੰਸੀ ਆੜਤੀਆ, ਕਿਉਂਕਿ GST ਉਹਨੇ ਲੈ ਕੇ ਦੇਣਾ। ਆੜਤੀਆ ਜਿਹੜਾ ਖਰੀਦਦਾਰ ਹੈ ਉਹਨੂੰ ਚੰਗੀ ਤਰ੍ਹਾਂ ਫਸਲ ਪੈਕ ਕਰਕੇ ਪੂਰੀ ਤੋਲ ਕੇ ਉਹਦੇ ਉੱਥੇ ਉਹਦੀ ਵੀ ਦੇਣ ਦਾ ਪਾਬੰਦ ਹੈ। ਅੱਜ ਅਸੀਂ ਉਸ ਸੈਕਟਰ ਨੂੰ ਵਿਚੋਲਾ ਦੱਸ ਰਹੇ ਹਾਂ, ਅੱਜ ਅਸੀਂ ਉਸ ਸੈਕਟਰ ਨੂੰ ਵਿਚੋਲਾ ਖਤਮ ਕਰਨ ਦੀ ਗੱਲ ਕਰ ਰਹੇ ਹਾਂ। ਸਾਡੀ ਲੀਡਰਸ਼ਿਪ ਕਹਿੰਦੀ ਹੁੰਦੀ ਸੀ, ਅੱਜ ਮੈਂ ਵੀ ਉਸ ਗੱਲ ਨੂੰ ਕਹਿਣਾ, ਜਿਹੜਾ ਆੜਤੀ ਹੈ ਉਹ ਕਿਸਾਨ ਦਾ ATM ਕਾਰਡ ਵੀ ਹੈ। ਸਹੀ। ਸਕਨੈਪ ਜੀ ਤੁਸੀਂ ਵੀ ATM ਦਾ ਕਦੇ ਨਾ ਕਦੇ ਬੰਦ ਹੋ ਜਾਂਦਾ, ਆੜਤੀ ਦਾ ਦਰਵਾਜ਼ਾ ਤਾਂ ਨਹੀਂ ਹੁੰਦਾ। ਮੈਂ ਅਗਲੀ ਗੱਲ ਉਹੀ ਕਹਿਣੀ ਸੀ, ਸਕਨੈਪ ਜੀ ਤੁਸੀਂ ਪਿੰਡਾਂ ਦੇ ਰਹਿਣ ਵਾਲੇ, ਅੱਜ ਜਿਹੜਾ ਆੜਤੀਏ ਦਾ ਤੇ ਕਿਸਾਨ ਦਾ ਰਿਸ਼ਤਾ ਕੀ ਹੈ? ਚਾਹੇ ਕਿਸਾਨ ਦੇ ਕੋਈ ਸੁੱਖ ਹੋਵੇ ਘਰੇ, ਚਾਹੇ ਦੁੱਖ ਹੋਵੇ। ਸਹੀ ਹੈ। ਜੇ ਉਹਨੇ ਕੋਈ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ, ਕੋਈ ਘਰੇ ਬਿਮਾਰੀ ਆ ਗਈ, ਤਾਂ ਉਹਨੇ ਸਭ ਤੋਂ ਪਹਿਲਾਂ, ਮੈਂ ਦੇਖਦਾ ਉਹ ਸਭ ਤੋਂ ਪਹਿਲਾਂ ਆੜਤੀਏ ਨੂੰ ਫੋਨ ਕਰਦਾ ਕਿ ਜੀ ਆਪਣੇ ਫਲਾਨਾ ਬਿਮਾਰ ਹੈ, ਕਿਹੜੇ ਡਾਕਟਰ ਕੋਲੇ ਲੈ ਜੀ। ਸਹੀ ਗੱਲ। ਉਹ ਆੜਤੀਏ ਨੂੰ ਆਪਦੇ ਪਰਿਵਾਰ ਦਾ ਮੁਖੀਆ ਕਹਿੰਦਾ, ਔਰ ਸਭ ਤੋਂ ਇੰਟੈਲੀਜੈਂਟ ਵਿਅਕਤੀ ਹੋਣ ਦੇ ਨਾਤੇ ਉਹਨੂੰ ਆਪਦਾ ਹੈੱਡ ਸਲਾਹਕਾਰ ਵੀ ਕਹਿੰਦਾ, ਉਹਦੀ ਸਲਾਹ ਲੈਂਦਾ। ਅੱਜ ਅਸੀਂ ਉਸ ਰਿਸ਼ਤੇ ਨੂੰ ਤਾਰ-ਤਾਰ ਕਰਨ ਦੀ ਗੱਲ ਕਰ ਰਹੇ ਹਾਂ। ਵਧੀਆ ਗੱਲ ਹੈ, ਬਹੁਤ ਸੋਹਣੀ ਗੱਲ ਹੈ ਤੁਹਾਡੀ। ਠੀਕ ਹੈ। ਜਿਹੜੀ ਮੈਂ ਤੁਹਾਨੂੰ ਅੱਜ ਵੀ ਦੱਸਦਾ, ਕਿਉਂਕਿ ਮੈਂ ਇਹ ਗੱਲਾਂ ਤਾਂ ਕਰ ਰਿਹਾ, ਮੈਂ ਜਿਹੜੀ ਮੇਰੀ ਤੇ ਮੇਰੇ ਪਰਿਵਾਰ ਦੀ ਉਤਪਤੀ ਹੈ ਉਹ ਵੀ ਕਿਸਾਨੀ 'ਚ ਹੀ ਹੋਈ ਹੈ। ਸਹੀ। ਅਸੀਂ ਕਿਸਾਨੀ ਨਾਲ ਰਿਲੇਟਡ ਧੰਦੇ ਹੀ ਕਰਦਾ ਸਾਡਾ ਪਰਿਵਾਰ, ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਮੈਨੂੰ ਤਾਂ ਇਹ ਗੱਲਾਂ ਬਰੀਕੀ ਨਾਲ ਪਤਾ ਹੈ। ਜਦੋਂ ਵੀਰ ਜੀ ਜਿਹੜੇ ਵੀ ਕਦੇ ਵੀ ਕਿਸੇ ਨੇ ਵੀ ਅੱਜ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਆੜਤੀਏ ਤੇ ਕਿਸਾਨ ਦੇ ਰਿਸ਼ਤੇ ਨੂੰ, ਚਾਹੇ ਉਹ ਕਿਸੇ ਵੇਲੇ ਕਿਸਾਨ ਜਥੇਬੰਦੀਆਂ ਨੇ ਵੀ ਕੀਤਾ ਹੋਵੇ, ਕਿਸੇ ਵੇਲੇ ਕਿਸੇ ਹੋਰ ਜਦੋਂ ਰਿਸ਼ਤੇ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਦੋਂ ਪੰਜਾਬ ਦਾ ਜਿਹੜਾ ਅਰਥਚਾਰਾ ਖਰਾਬ ਹੋਇਆ ਹੈ। ਬਿਲਕੁਲ, ਇਹ ਗੱਲ ਮੰਨਣੀ ਪਊਗੀ ਕਿ ਕਿਸਾਨ ਜਥੇਬੰਦੀਆਂ ਨੇ ਵੀ ਕਿਤੇ ਨਾ ਕਿਤੇ ਇਹੋ ਜਿਹਾ ਰੋਲ ਨਿਭਾਤਾ। ਪਹਿਲਾਂ ਮੇਰੇ ਵਰਗਾ ਆੜਤੀਏ ਤੋਂ ਪੈਸੇ ਲੈ ਲੈਂਦਾ ਸੀ, ਤੇ ਜਦੋਂ ਮੋੜਨੇ ਹੁੰਦੇ ਸੀ ਉਦੋਂ ਝੰਡਾ ਚੱਕ ਲੈਂਦਾ ਸੀ। ਉਹਦੇ ਕਰਕੇ ਵੀ ਬਹੁਤ ਚੰਗੇ ਕਿਸਾਨਾਂ ਨੂੰ ਆੜਤੀਏ ਪੈਸੇ ਦੇਣੋਂ ਹਟ ਗਏ ਸੀ। ਮੈਂ ਤੁਹਾਨੂੰ ਕੀ ਗੱਲ, ਜਦੋਂ ਜਿਹਨੇ ਵੀ, ਚਾਹੇ ਕਿਸੇ ਪੋਲੀਟੀਕਲ ਪਾਰਟੀ ਨੇ, ਚਾਹੇ ਕਿਸੇ ਸਰਕਾਰ ਨੇ, ਚਾਹੇ ਬਿਊਰੋਕ੍ਰੇਸੀ ਨੇ, ਚਾਹੇ ਕਿਸੇ ਵੀ ਸੰਸਥਾ ਨੇ, ਜਦੋਂ ਆੜਤੀਏ ਤੇ ਕਿਸਾਨ ਦੇ ਰਿਸ਼ਤੇ ਨੂੰ, ਵਪਾਰੀ ਤੇ ਕਿਸਾਨ ਦੇ ਰਿਸ਼ਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਦੋਂ ਜਿਹੜੀ ਪ੍ਰੋਬਲਮ ਆਈ ਹੈ, ਅਰਥਚਾਰਾ ਸਾਡਾ ਪੰਜਾਬ ਦਾ ਖਰਾਬ ਹੋਇਆ। ਫਿਰ ਜਿਹੜੀ ਮੈਂ ਤੁਹਾਨੂੰ ਦੂਸਰੀ ਗੱਲ ਕਰਦਾ, ਸ਼ੈਲਰ ਵਾਲਿਆਂ ਨੂੰ ਪ੍ਰੋਬਲਮ ਆਈ, ਫੋਰਟੀਫਾਈਡ ਰਾਈਸ ਦੀ ਪ੍ਰੋਬਲਮ ਆਈ, ਅਸੀਂ ਉਦੋਂ ਵੀ ਗੱਲ ਕੀਤੀ ਵੀ ਯਾਰ ਇਹ ਅਖਲਾਕੀ ਗੱਲ ਹੀ ਨਹੀਂ, ਕਾਨੂੰਨਨ ਗੱਲ ਹੀ ਨਹੀਂ। ਪਰ ਇਹ ਸਾਰਾ ਕੁਝ ਪੰਜਾਬ ਦੇ ਨਾਲ ਹੀ ਕਿਉਂ ਹੋ ਰਿਹਾ? ਦੇਖੋ, ਸਰਕਾਰ ਜਿਹੜੀ ਮੋਦੀ ਗਵਰਨਮੈਂਟ ਹੈ, ਮੈਂ ਨੋ ਡਾਊਟ, ਮੈਂ ਪਹਿਲਾਂ ਵੀ ਸਾਰੀਆਂ ਇੰਟਰਵਿਊ 'ਚ ਕਹੀਆਂ, ਜਿਹੜੀ ਮੋਦੀ ਗਵਰਨਮੈਂਟ ਨੇ ਬਹੁਤ ਅੱਛੇ ਕੰਮ ਕੀਤੇ, ਦੇਸ਼ ਸੁਧਾਰ ਲਿਆਉਂਦੇ, ਬਹੁਤ ਚੰਗੇ ਕੰਮ ਵੀ ਕੀਤੇ। ਜਿਹੜੇ ਬਿੱਲ ਵੀ ਕੋਈ ਵੀ ਸਰਕਾਰ ਬਿੱਲ ਲੈ ਕੇ ਆਉਂਦੀ ਹੈ, ਮੋਦੀ ਸਾਹਿਬ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਉਹ ਕਦੇ ਵੀ ਆਪਦੇ ਲੋਕਾਂ ਲਈ ਕੋਈ ਮਾੜੀ ਚੀਜ਼ ਨਹੀਂ ਲੈ ਕੇ ਆ ਸਕਦੇ। ਕਮੀਆਂ ਹੋ ਸਕਦੀਆਂ। GST ਆਇਆ ਸੀ, ਉਹਦੀ 100 ਵਾਰ ਅਮੈਂਡਮੈਂਟ ਹੋ ਗਈ। ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਸ਼ਵਾਸ ਜਿੱਤਣ ਦੀ ਗੱਲ ਜਚਾਉਣ ਦੀ। ਜਦੋਂ ਇਹ ਬਿੱਲ ਆਏ, ਜਦੋਂ ਇਹ ਆਰਡੀਨੈਂਸ ਆਏ, ਲੋਕਾਂ ਦੇ ਮਨ 'ਚ ਖਦਸ਼ਾ ਪੈ ਗਿਆ, ਅਸੀਂ ਉਹ ਖਦਸ਼ਾ ਦੂਰ ਨਹੀਂ ਕਰ ਸਕੇ। ਨਹੀਂ, ਹੁਣ ਤੁਹਾਨੂੰ ਕੀ ਲੱਗਦਾ ਕਿ ਬਿੱਲ ਠੀਕ ਨੇ ਜਾਂ ਗਲਤ ਨੇ? ਨਹੀਂ, ਮੈਂ ਜਿਹੜੀ ਤੁਹਾਨੂੰ ਕੀ ਗੱਲ ਕਹੀ ਹੈ, ਮੇਰੀ ਇੱਕ ਗੱਲ 'ਚ ਸਾਰੀ ਗੱਲ ਆ ਗਈ ਵੀ ਕੋਈ ਵੀ ਜਿਹੜੀ ਸਰਕਾਰ ਹੈ, ਉਹਨਾਂ ਦਾ ਕਦੇ ਮਨਸ਼ਾ ਨਹੀਂ ਹੁੰਦਾ ਵੀ ਜਿਹੜੇ ਮੈਂ ਕੋਈ ਕਾਨੂੰਨ ਲੈ ਕੇ ਆਵਾਂ। ਪਰ ਜਿਹੜੇ ਫੈਕਟ ਕੱਢ ਕੇ ਰੱਖੇ ਜਾ ਰਹੇ ਆ ਸਾਹਮਣੇ, ਉਹ ਤਾਂ ਦੱਸਦੇ ਦੋਨੇ ਪਹਿਲੂ ਹੁੰਦੇ ਆ। ਪਰ ਮੈਂ ਜਿਹੜੀ ਤੁਹਾਨੂੰ ਗੱਲ ਕਰਦਾ, ਦੇਖੋ ਗੱਲ ਕੀ ਹੈ, ਸਮਝਾ ਨਹੀਂ ਨਾ ਸਕੇ ਅਸੀਂ, ਸਾਡੀ ਜ਼ਿੰਮੇਵਾਰੀ ਬਣਦੀ ਸੀ, ਅਸੀਂ ਲੋਕਾਂ ਨੂੰ ਸਮਝਾਉਂਦੇ। ਮੰਨ ਲਓ ਜਿਹੜੇ ਤੁਸੀਂ ਕਹਿੰਦੇ ਫੈਕਟ ਕੱਢ ਕੇ ਰੱਖਤੇ, ਇਟ ਮੀਨ ਜਿਹੜੇ ਸਾਡੇ ਵਿਰੋਧੀ ਹੈ ਉਹ ਜ਼ਿਆਦਾ ਕਾਰਗਰ ਨੇ। ਉਹਨਾਂ ਨੇ ਗਲਤ, ਜੇ ਮੰਨ ਲਓ ਉਹਨਾਂ ਨੇ ਕੋਈ ਫੈਕਟ ਜਿਹੜੀਆਂ ਉਹ 'ਚ ਕੋਈ ਕਮੀਆਂ ਹੋਣਗੀਆਂ, ਉਹਨਾਂ ਨੇ ਇਕੱਲੀਆਂ ਕਮੀਆਂ ਦੱਸਤੀਆਂ, ਜਿਹੜੀਆਂ ਉਹ ਚੰਗੀਆਂ ਗੱਲਾਂ, ਮੇਰੀ ਗੱਲ ਸੁਣੋ, ਨੁਕਸਾਨ ਤਾਂ ਕਮੀਆਂ ਦਾ ਹੁੰਦਾ ਨਾ, ਉਹ ਦੂਰ ਹੋ ਸਕਦੀਆਂ। GST 100, ਮੈਂ ਤੁਹਾਨੂੰ ਕਿ 100 ਅਮੈਂਡਮੈਂਟਸ ਹੋ ਗਈਆਂ। ਜਦੋਂ ਚੀਜ਼ਾਂ ਲਾਗੂ ਹੁੰਦੀਆਂ, ਉਹਦੇ ਨਫੇ ਨੁਕਸਾਨ ਵੀ ਪਤਾ ਲੱਗਦੇ। ਮੈਂ ਜਿਹੜੀ ਤੁਹਾਨੂੰ ਬਾਰ-ਬਾਰ ਗੱਲ ਕਰ ਰਿਹਾ, ਗੱਲ ਕੀ ਹੁੰਦੀ ਹੈ, ਆਪਾਂ ਪਰਿਵਾਰ 'ਚ ਬੈਠੇ ਹਾਂ, ਤੁਹਾਡੇ ਵੀ ਬੱਚੇ ਹੋਣਗੇ। ਮੰਨ ਲਓ ਆਪਣਾ ਬੱਚਾ ਕਿਸੇ ਗੱਲ ਤੇ ਜਿੱਦ ਕਰਦਾ, ਆਪਾਂ ਉਹਨੂੰ ਸਮਝਾਉਣੇ ਆ, ਆਪਾਂ ਘਰੇ ਸਬਜ਼ੀ ਬਣਾ ਲਈ, ਅੱਜ ਆਪਣੇ ਪਰਿਵਾਰ ਦੀ ਇੱਕ ਸਹਿਮਤੀ ਬਣਦੀ ਹੈ ਵੀ ਆਪਾਂ ਉਹ ਸਬਜ਼ੀ ਸਾਰੇ ਖਾ ਲਈਏ। ਬੱਚਾ ਕਹਿੰਦਾ ਮੈਂ ਤਾਂ ਖਾਣੀ ਨਹੀਂ, ਫਿਰ ਆਪਾਂ ਨੂੰ ਘਰੋਂ ਤਾਂ ਨਹੀਂ ਕੱਢ ਦਿੰਦੇ। ਹਾਂ, ਸਹੀ ਗੱਲ ਹੈ। ਬਣਾਉਣੇ ਆ ਉਹਨੂੰ, ਕੋਈ ਆਪਾਂ ਪਰੌਂਠਾ ਬਣਾ ਕੇ ਦੇ ਦਿੰਦੇ ਹਾਂ, ਕਦੇ ਆਪਾਂ ਪਿੰਡਾਂ 'ਚ ਸ਼ੱਕਰ ਕਹਿੰਦੇ ਭਾਈ, ਪਰ ਜਿਹੜੇ ਲੋਲੀਪੌਪ ਦਿੱਤੇ ਜਾ ਰਹੇ, ਇਹ ਤੰਗ ਕਰਦੇ ਆ ਨਾ। ਇਸ ਲਈ ਮੈਂ ਜਿਹੜੀ ਤੁਹਾਨੂੰ ਗੱਲ ਕਰਦਾ, ਜਿਹੜੀ ਮੈਂ ਤੁਹਾਨੂੰ ਸਟਾਰਟਿੰਗ 'ਚ ਵੀ ਕਿਹਾ
ਜਿਹੜੀ ਸੂਬੇ ਦੀ ਲੀਡਰਸ਼ਿਪ ਦੀ ਕਮੀ ਕੀ ਰਹੀ ਹੈ, ਅਸੀਂ ਸਮਝਾ ਨਹੀਂ ਸਕੇ। ਅਸੀਂ ਹੁਣ ਵੀ ਕਹਿ ਰਹੇ ਹਾਂ ਵੀ ਅਸੀਂ 8 ਮਹੀਨੇ ਹੀ ਗੱਲ ਕਹਿੰਦੇ ਰਹੇ ਵੀ ਜੇ ਠੀਕ ਹੈ ਇਹਨੂੰ ਸਮਝਾ ਲਓ, ਸਮਝਾਓ ਆਪਾਂ ਲੋਕਾਂ ਨੂੰ ਜਾ ਕੇ। ਜੇ ਉਹ ਸਮਝਾ ਨਹੀਂ ਸਕਦੇ ਜਾਂ ਸਾਡੇ 'ਚ ਕਮੀ ਹੈ ਸਮਝਾਉਣ 'ਚ, ਜਾਂ ਬਿਲਾਂ 'ਚ ਕਮੀ ਹੈ, ਫਿਰ ਆਪਾਂ ਸਮਝ ਲਓ। ਅੱਛਾ, ਇੱਕ ਦੱਸਿਓ ਹੋਰ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੇ ਆਗੂ ਨੇ ਤੁਹਾਡੇ, ਉਹ ਕੁਛ ਕੁ ਆਗੂ ਹੈ ਜਿਹੜੇ ਉਹ ਜੇਪੀ ਨੱਡਾ ਸਾਹਿਬ ਨੂੰ ਮਿਲੇ ਨੇ। ਕੀ ਕਹਾਣੀ ਆ ਉਹਦੇ ਪਿੱਛੇ ਕਿ ਉਹ ਕਹਿੰਦੇ ਕਿ ਕੁਛ ਕੁ ਲੋਕਾਂ ਦਾ ਜਿਹੜਾ ਦਾ ਵਿਰੋਧ ਹੋਇਆ ਉਹਨਾਂ ਨੂੰ ਲੈ ਕੇ ਮਿਲੇ ਨੇ? ਦੇਖੋ ਸੁਖਨੈਬ ਜੀ, ਮੈਂ ਕੱਲ੍ਹ ਉਹ ਸਾਰੀ ਕੱਲ੍ਹ ਮਿਲੇ ਨੇ ਕੋਈ 40-50 ਆਗੂ ਜਿਨ੍ਹਾਂ ਦੇ ਘਰਾਂ ਅੱਗੇ ਧਰਨੇ ਲੱਗੇ ਆ ਜਾਂ ਜਿਨ੍ਹਾਂ 'ਤੇ ਕੋਈ ਹਮਲੇ ਹੋਏ ਆ, ਪਰ ਉਹ 'ਚ ਮੈਨੂੰ ਦੇਖ ਕੇ ਇੱਕ ਪੀੜਾ ਹੋਈ ਬਹੁਤ ਵੱਡੀ। ਸਾਡੇ ਹਬੋਰ ਦੇ ਐਮਐਲਏ ਨੇ, ਬਹੁਤ ਸ਼ਰੀਫ ਨੇ, ਸ਼੍ਰੀ ਅਰੁਣ ਨਾਰੰਗ ਜੀ, ਉਹਨਾਂ ਨਾਲ ਬਹੁਤ ਮਾੜੀ ਦੁਰਘਟਨਾ ਹੋਈ, ਬਿਲਕੁਲ ਉਹਨਾਂ ਦਾ ਅਫਸੋਸ ਕੀਤਾ ਹਰੇਕ ਸਹੀ ਹੁੰਦੇ ਨੇ। ਪਰ ਮੈਨੂੰ ਲੱਗਦਾ ਹਰੇਕ ਪੰਜਾਬੀ ਨੇ ਉਸ ਗੱਲ ਦਾ ਦੁੱਖ ਮਨਾਇਆ, ਕਿਉਂਕਿ ਜਿਹੜੀ ਪੰਜਾਬ ਦਾ ਕਲਚਰ ਹੈ, ਪੰਜਾਬ ਦਾ ਸੱਭਿਆਚਾਰ ਹੈ, ਜਿਹੜੀ ਹਿੰਸਾ ਹੈ ਉਹਦਾ ਇਸ ਕਲਚਰ 'ਚ ਕੋਈ ਸਥਾਨ ਨਹੀਂ। ਪੰਜਾਬੀ ਨਾ ਧੱਕਾ ਸਹਿੰਦਾ ਨਾ ਧੱਕਾ ਹੋਣ ਦਿੰਦਾ, ਤੇ ਮੈਂ ਇਹ ਗੱਲ ਕਹਿਣਾ ਵੀ ਉਹ ਧੱਕਾ ਕਰਨ ਵਾਲੇ ਪੰਜਾਬੀ ਨਹੀਂ ਹੋ ਸਕਦੇ ਸਹੀ ਮਾਣਿਆਂ 'ਚ। ਚਲੋ ਵੀ ਜਿਨ੍ਹਾਂ ਨੇ ਕੀਤਾ ਕਿਸੇ ਭਾਵਨਾ 'ਚ ਆ ਕੇ ਕੀਤਾ, ਕਿਵੇਂ ਵੀ ਕੀਤਾ, ਉਹਨਾਂ ਮੈਂ ਜਦੋਂ ਫੋਟੋ ਦੇਖੀ ਉਹ 'ਚੋਂ ਐਮਐਲਏ ਸਾਹਿਬ ਸਾਡੇ ਹੈ ਨਹੀਂ। ਸਾਨੂੰ ਇਸ ਗੱਲ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ। ਜਿਹੜਾ ਵਿਅਕਤੀ ਨੇ ਆਪਦੀ ਜਾਨ ਦਾ ਤੇ ਲੱਗੀ ਉਹਦੀ, ਉਹ ਦੇਖੋ ਕਿੰਨੀ ਮਾੜੀ ਘਟਨਾ ਹੈ। ਮੈਨੂੰ ਨਹੀਂ ਲੱਗਦਾ, ਮੈਨੂੰ ਸੂਤਰਾਂ ਤੋਂ ਪਤਾ ਹੈ ਵੀ ਸ਼ਾਇਦ ਉਹਨਾਂ ਨੂੰ ਬੁਲਾਇਆ ਨਹੀਂ ਗਿਆ। ਬਠਿੰਡੇ ਸਾਡੇ 25 ਦਸੰਬਰ ਨੂੰ ਕਈ ਵਰਕਰ ਘਾਇਲ ਹੋਏ ਸੀ ਜਦੋਂ ਇੱਥੇ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਉਹਨਾਂ ਨੂੰ ਵੀ ਬੁਲਾਇਆ ਨਹੀਂ ਗਿਆ। ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ, ਸੂਬੇ ਦੀ ਬੀਜੇਪੀ ਨੂੰ ਇੱਕ ਧੜਾ ਚਲਾ ਰਿਹਾ ਹੈ, ਉਹ ਆਪਦੀ ਧੜੇ ਦੀ ਸੋਚ ਮੁਤਾਬਕ ਉਹ ਸਾਰੀਆਂ ਚੀਜ਼ਾਂ ਕਰ ਰਿਹਾ। ਉਸੇ ਨੂੰ ਉਹ ਕਿਸਾਨੀ ਅੰਦੋਲਨ ਨੂੰ ਵੀ ਉਸੇ ਢੰਗ ਨਾਲ ਉਹ ਮੋੜ, ਜਿਹੜੀ ਜੋਸ਼ੀ ਜੀ ਬਾਰ-ਬਾਰ ਗੱਲ ਕਹਿ ਰਹੇ ਆ ਉਹ 'ਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਉਹਨਾਂ ਨੇ ਬਾਰ-ਬਾਰ ਇੱਕੋ ਗੱਲ ਕਹੀ ਹੈ ਵੀ ਜੀ ਤੁਸੀਂ 23 ਜਿਹੜੇ ਜਿੱਤੇ ਹਾਰੇ ਐਮਐਲਏ, ਆਪਣੇ ਅਸੀਂ 23 ਸੀਟਾਂ ਲੜਦੇ ਸੀ, 23 ਜਿੱਤੇ ਹਾਰੇ ਐਮਐਲਏ ਬੁਲਾਓ, ਕਿਉਂਕਿ ਜਿਹੜਾ ਬੰਦਾ ਚੁਣਾਵ ਲੜਦਾ ਉਹਦਾ ਲੋਕਾਂ ਨਾਲ ਸੰਪਰਕ ਹੁੰਦਾ, ਲੋਕ ਉਹਨੂੰ, ਕੋਈ ਕਿਸੇ ਨੂੰ 10,000 ਵੋਟ ਪੈਂਦੀ ਹੈ, ਕਿਸੇ ਨੂੰ 20 ਪੈਂਦੀ ਹੈ, ਕਿਸੇ ਨੂੰ 25, ਵੀ ਉਹਨਾਂ ਨੂੰ ਬੁਲਾਓ, ਉਹਨਾਂ ਦੀ ਮੀਟਿੰਗ ਬੁਲਾ ਕੇ, ਔਰ ਜਿਹੜੇ ਸਾਡੇ ਹੋਰ ਸੀਨੀਅਰ ਲੀਡਰ ਨੇ, ਕੋਰ ਗਰੁੱਪ ਹੈ ਸਾਡੇ ਪ੍ਰਦੇਸ਼ ਦਾ, ਫਿਰ ਮੰਨ ਲਓ ਸਾਡੇ ਜ਼ਿਲ੍ਹਿਆਂ 'ਚੋਂ ਕੋਈ ਹੈ ਨਹੀਂ, ਇੱਥੋਂ ਕੋਈ 1-1 2-2 ਹਰੇਕ ਜ਼ਿਲ੍ਹੇ 'ਚੋਂ, ਵੀ ਉਹ 70-50-70 ਬੰਦੇ ਬੁਲਾਓ, ਉਹਨਾਂ ਦੀ ਗੱਲ ਸੁਣੋ ਵੀ ਭਾਈ ਕੀ ਲੋਕਾਂ ਦੇ ਮਨ 'ਚ ਕੀ ਹੈ, ਲੋਕਾਂ ਦੇ ਮਨ 'ਚ ਕੀ ਭਾਵਨਾ ਹੈ, ਲੋਕ ਕਿਉਂ ਇੰਨੇ ਉਲਟ ਨੇ। ਲੋਕਾਂ ਨੂੰ ਦੇਖੋ ਇਹ ਗੱਲ ਸਮਝਣੀ ਪਊਗੀ। ਅੱਜ ਗਰਮੀ ਸਰਦੀ ਮੀਂਹ ਹਨੇਰੀ ਸਾਰਾ ਕੁਝ ਗਿਆ, ਫਿਰ ਵੀ ਲੋਕ ਉੱਥੇ ਧਰਨੇ ਤੇ ਬੈਠੇ ਆ। ਮੈਂ ਦਿੱਲੀ ਕਈ ਵਾਰ ਜਾਂਦਾ, ਉੱਥੋਂ ਲੰਘ ਕੇ ਜਾਂਦੇ ਆ, ਉਹ ਤਰਪਾਲਾਂ ਪਾਈ ਬੈਠੇ ਆ। ਝੰਡਾ ਲਾ ਕੇ ਜਾਂਦੇ ਉਹਨੂੰ, ਲਾ ਕੇ ਜਾਂਦੇ ਹੋ? ਨਹੀਂ ਮੈਂ ਤਾਂ ਜੀ ਜਾਂਦਾ, ਵੈਸੇ ਹੀ ਜਾਂਦਾ, ਮੈਂ ਤਾਂ ਰੂਟੀਨ, ਜਿਵੇਂ ਮੈਂ ਪਹਿਲਾਂ ਗੱਡੀ ਜਾਂਦਾ ਜੀ ਮੇਰੇ ਕੋਲ ਨਹੀਂ ਝੰਡਾ ਲੱਗਿਆ ਹੁੰਦਾ ਪਾਰਟੀ? ਨਹੀਂ, ਮੇਰੇ ਪਾਰਟੀ ਦਾ ਝੰਡਾ ਕਦੇ ਵੀ ਨਹੀਂ, ਕਿਉਂਕਿ ਇੱਕ ਕਾਨੂੰਨ ਹੈ ਵੀ ਤੁਸੀਂ ਕੋਈ ਵੀ ਝੰਡਾ ਨਹੀਂ ਲਾ ਸਕਦੇ, ਮੈਂ ਉਹਦੀ ਪਾਲਣਾ ਕਰਦਾ। ਕਾਨੂੰਨ ਹੈ, ਨਾ ਹੀ ਤੁਸੀਂ ਕੋਈ ਪਲੇਟ ਲਾ ਸਕਦੇ ਹੋ ਗੱਡੀ ਤੇ, ਕੁਛ ਬੰਦੇ ਲਾਈ ਫਿਰਦੇ ਆ, ਉਹ ਅਲਾਊਡ ਹੀ ਨਹੀਂ, ਮੈਂ ਇਸ ਲਈ ਕਦੇ ਨਹੀਂ ਲਾਈ। ਤੁਹਾਡਾ ਕਦੇ ਵਿਰੋਧ ਹੋਇਆ ਕਿਤੇ? ਨਹੀਂ, ਮੇਰਾ ਇੱਕ ਵਾਰ ਮਲੋਟ ਹੋਇਆ ਸੀ ਪਾਰਟੀ ਪ੍ਰੋਗਰਾਮ 'ਚ ਵਿਰੋਧ, ਤੇ ਮਤਲਬ ਉਹ ਬੰਦੇ ਉੱਥੇ ਬੈਠੇ ਨੇ, ਉਹਨਾਂ ਦੇ ਮਨ 'ਚ ਕਿੱਡਾ ਵੱਡਾ ਖਦਸ਼ਾ ਹੋਊਗਾ ਜੀ, ਉਹਨਾਂ ਨੂੰ ਕੋਈ ਤਾਂ ਡਰ ਲੱਗਦਾ ਹੀ ਹੈ ਨਾ। ਮੇਰੀ ਕਈ ਕਿਸਾਨ, ਮੇਰੇ ਤਾਂ ਤੁਹਾਨੂੰ ਪਤਾ ਪਿੰਡਾਂ 'ਚ ਬਹੁਤ ਭਰਾਵੇਂ ਮੇਰੇ ਦੋਸਤ ਨੇ, ਮਿੱਤਰ ਨੇ, ਉਹਨਾਂ ਦੇ ਮਨ 'ਚ ਇੱਕ ਖਦਸ਼ਾ ਬੈਠਾ ਹੈ ਵੀ ਜੀ ਸਾਡੀ ਜ਼ਮੀਨ ਚਲੀ ਜਾਊ। ਜਦੋਂ ਕਿਸੇ ਵੀ ਬੰਦੇ ਨੂੰ ਇਹ ਹੋ ਜੇ ਨਾ ਵੀ ਮੇਰੀ ਰੋਜੀ ਦਾ ਸਵਾਲ ਹੈ, ਮੇਰੀ ਰੋਟੀ ਦਾ ਸਵਾਲ ਹੈ, ਫਿਰ ਉਹ ਕਿਸੇ ਵੀ ਹੱਦ ਤੱਕ ਜਾਂਦਾ ਹੈ। ਔਰ ਇਹ ਗੱਲ ਸਾਡੀ ਲੀਡਰਸ਼ਿਪ ਨੂੰ ਸਮਝਣੀ ਹੀ ਪੈਣੀ ਹੈ। ਅੱਜ ਸਮਝ ਲਏ, 10 ਦਿਨ ਨੂੰ ਸਮਝ ਲਏ, ਮਹੀਨੇ ਨੂੰ ਸਮਝ ਲਏ, 2 ਮਹੀਨਿਆਂ ਨੂੰ ਸਮਝ ਲਏ, ਜਿੱਥੋਂ ਦੀ ਅਸੀਂ ਬਾਜਰੀ ਖਾਂਦੇ ਆ ਉੱਥੋਂ ਦੀ ਹਾਜ਼ਰੀ ਸਾਨੂੰ ਭਰਨੀ ਪੈਣੀ ਹੈ ਜੀ। ਤੇ ਮੋਹਿਤ ਜੀ, ਅਗਲੀ ਗੱਲ ਦੱਸੋ ਕਿ ਪੰਜਾਬ ਦੇ ਵਿੱਚ ਹੁਣ ਬੀਜੇਪੀ ਦਾ ਆਧਾਰ ਕਿਹੋ ਜਿਹਾ ਨਜ਼ਰ ਆ ਰਿਹਾ ਤੁਹਾਨੂੰ ਇਹਨਾਂ ਦਿਨਾਂ 'ਚ? ਦੇਖੋ ਜੀ, ਅੱਜ ਦੀ ਡੇਟ ਤਾਂ ਮੈਨੂੰ ਕਿਉਂ ਲੱਗਦਾ ਹੈ, ਕਿਉਂਕਿ ਦੇਖੋ ਜਿਹੜਾ ਸੱਚ ਹੈ ਉਹ ਸੱਚ ਸਾਹਮਣੇ ਹੈ। ਪਿੰਡਾਂ 'ਚ ਸਾਨੂੰ ਜਾਂ ਸ਼ਹਿਰਾਂ 'ਚ ਵੀ ਸਾਨੂੰ ਮੀਟਿੰਗਾਂ ਨਹੀਂ ਹੋ ਰਹੀਆਂ ਸਾਡੀਆਂ, ਨਾ ਮੀਟਿੰਗ। ਔਰ ਇੱਕ ਸੱਚਾਈ ਗੱਲ ਹੈ, ਜਿਹੜਾ ਜਿੰਨਾ ਕੁ ਪਿੰਡਾਂ ਦੇ ਲੋਕ ਸਾਡੇ ਤੋਂ ਨਾਰਾਜ਼ ਹੈ, ਸ਼ਹਿਰੀ ਵਪਾਰੀ ਵੀ ਸਾਡੇ ਤੋਂ ਨਹੀਂ ਨਾਰਾਜ਼ ਹੈ। ਕਿਉਂਕਿ ਹਰ ਬੰਦਾ, ਜਿਹੜੀ ਮੈਂ ਤੁਹਾਨੂੰ 64,000 ਕਰੋੜ ਦੀ ਕੈਲਕੂਲੇਸ਼ਨ ਦੱਸੀ ਆ, ਹੋਰ ਵੀ ਉਹ 'ਚ ਕਈ ਚੀਜ਼ਾਂ ਨੇ। ਹੁਣ ਸਾਡੇ ਕੁਝ ਸਾਥੀਆਂ ਨੇ ਪਿੱਛੇ ਜੇ ਫੋਟੋਆਂ ਵਾਇਰਲ ਕੀਤੀਆਂ, ਉਹਦੇ 'ਚ ਉਹਨਾਂ ਨੇ ਫੋਟੋਆਂ 'ਚ ਵਾਇਰਲ ਕਰਤਾ ਕਿ ਜੀ ਸ਼ੈਲੋ ਗਡਾਊਨ ਬਣੇ ਹੈ, 50,000 MT ਦੀ ਜਿਹੜੀ ਫਸਲ ਹੈ ਉਹ 60 ਬੰਦਿਆਂ ਨੇ ਸਾਂਭਤੀ। ਜਦੋਂ ਗੱਲ ਮਜ਼ਦੂਰ ਦੇਖਦਾ,
ਮਜ਼ਦੂਰ ਨੂੰ ਉਲਟ ਲੈ ਕੇ ਜਾਂਦਾ ਹੈ। ਉਹ ਕਹਿੰਦਾ ਜੀ ਜਿਹੜੀ ਫਸਲ 50,000 ਐਮਟੀ 1000 ਮਜ਼ਦੂਰ ਨੇ ਸਾਂਭਣੀ ਸੀ, ਉਹ 60 ਨੇ ਸਾਂਭਤੀ, ਤਾਂ 940 ਤਾਂ ਬੇਰੁਜ਼ਗਾਰ ਹੋ ਗਿਆ। ਸਹੀ ਗੱਲ। ਉਹਨੂੰ ਲੱਗਦਾ ਮੇਰੀ ਰੋਜੀ ਤੇ ਹਮਲਾ ਹੈ, ਮੇਰੀ ਰੋਟੀ ਤੇ ਹਮਲਾ ਹੈ, ਮੇਰੇ ਬੱਚੇ ਪਾਲਣ ਤੇ ਹਮਲਾ ਹੈ, ਮੈਂ ਆਪਦੇ ਬੱਚਿਆਂ ਨੂੰ ਪੜ੍ਹਾਊਂਗਾ ਕਿਵੇਂ, ਮੈਂ ਘਰ ਕਿਵੇਂ ਬਣਾਊਂਗਾ, ਮੈਂ ਰੋਟੀ ਕਿਵੇਂ ਖਵਾਊਂਗਾ ਬੱਚਿਆਂ ਨੂੰ। ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨਾ ਸੁਖਨੈਬ ਜੀ, ਫਿਰ ਸਾਨੂੰ ਜ਼ਮੀਨ ਤਲਾਸ਼ਣੀ ਔਖੀ ਹੋ ਜਾਂਦੀ। ਸਹੀ। ਤੇ ਜੇ ਹੁਣ ਬੀਜੇਪੀ ਆ, ਤੁਸੀਂ ਨੋਟਿਸ ਦਾ ਜਵਾਬ ਦਿੱਤਾ, ਇਨ ਕੇਸ ਤੁਹਾਡੇ ਖਿਲਾਫ ਕਾਰਵਾਈ ਹੋ ਜਾਂਦੀ ਹੈ ਤੇ ਫਿਰ ਕਿਹੜਾ ਦਰਵਾਜ਼ਾ ਖੜਕੂਗਾ? ਮੈਨੂੰ ਨਹੀਂ ਲੱਗਦਾ ਕੋਈ ਦਰਵਾਜ਼ਾ ਖੜਕੂਗਾ। ਜਿਹੜੀ ਮੈਂ ਤੁਹਾਨੂੰ ਜੋਸ਼ੀ ਸਾਹਿਬ ਵਾਲੀ ਗੱਲ ਕਹੀ ਹੈ ਨਾ, ਮੈਨੂੰ ਪੰਜਾਬ ਦੇ ਹੱਕਾਂ 'ਚ ਬੋਲਣ ਲਈ, ਮੈਨੂੰ ਕਿਸਾਨ ਦੇ ਹੱਕਾਂ 'ਚ ਬੋਲਣ ਲਈ, ਮੈਨੂੰ ਵਪਾਰੀ ਦੇ ਹੱਕ 'ਚ ਬੋਲਣ ਲਈ, ਮੈਨੂੰ ਆੜ੍ਹਤੀਏ ਦੇ ਹੱਕ 'ਚ ਬੋਲਣ ਲਈ, ਮੈਨੂੰ ਲੇਬਰ ਦੇ ਹੱਕ 'ਚ ਬੋਲਣ ਲਈ, ਜਾਂ ਜਿਹੜੇ ਸਾਡੇ ਪੰਜਾਬ ਬੀਜੇਪੀ ਦੇ ਵਰਕਰ ਸੰਤਾਪ ਭੋਗ ਰਹੇ ਆ, ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ, ਉਹਨਾਂ ਦੇ ਹੱਕ 'ਚ ਬੋਲਣ ਲਈ ਮੈਨੂੰ ਨਹੀਂ ਲੱਗਦਾ ਵੀ ਲੀਡਰਸ਼ਿਪ ਮੈਨੂੰ ਕੱਢੂ। ਜੇ ਮੈਨੂੰ ਕੱਢ ਵੀ ਦਿੰਦੀ ਹੈ, ਉਹ ਮੈਨੂੰ ਪਾਰਟੀ 'ਚੋਂ ਕੱਢ ਸਕਦੇ ਆ, ਮੇਰੇ ਦਿਲ 'ਚੋਂ ਬੀਜੇਪੀ ਨਹੀਂ ਕੱਢ ਸਕਦੇ। ਮੈਂ ਰਹੂੰਗਾ, ਮੈਂ ਆਪਦੇ ਦਿਲ 'ਚ ਬੀਜੇਪੀ ਰੱਖੂੰਗਾ। ਮੈਂ ਜਿਹੜੀ ਅਸੀਂ ਸਿੱਖਿਆ ਪਾਰਟੀ ਤੋਂ, ਪਾਰਟੀ ਨੇ ਸਾਨੂੰ ਸਿਖਾਇਆ ਵੀ ਆਪਾਂ ਲੋਕਾਂ ਦੀ ਗੱਲ ਕਰਨੀ ਹੈ। ਸਾਡੀ ਪਾਰਟੀ ਦੇ ਬਾਰੇ ਮਸ਼ਹੂਰ ਹੈ, ਪਾਰਟੀ ਵਿਦ ਡਿਫਰੈਂਸ। ਸਾਡੀ ਪਾਰਟੀ 'ਚ ਆਮ ਕਿਹਾ ਜਾਂਦਾ, ਤੁਸੀਂ ਕਿਸੇ ਤੋਂ ਵੀ ਪੁੱਛ ਲਿਆ ਜੇ, ਸਾਡੇ ਪੰਜਾਬ ਪ੍ਰਧਾਨ ਤੋਂ ਹੀ ਪੁੱਛ ਲਿਓ ਵੀ ਭਾਰਤੀ ਜਨਤਾ ਪਾਰਟੀ ਦਾ ਮਤਲਬ ਕੀ ਹੈ। ਭਾਰਤੀ ਜਨਤਾ ਪਾਰਟੀ 'ਚੋਂ ਕਹਿੰਦੇ ਸਭ ਤੋਂ ਪਹਿਲਾਂ ਦੇਸ਼, ਫਿਰ ਲੋਕ, ਤੀਜੇ ਨੰਬਰ ਤੇ ਪਾਰਟੀ ਤੀਜੇ ਨੰਬਰ ਤੇ, ਔਰ ਚੌਥੇ ਨੰਬਰ ਤੁਸੀਂ ਆਪਦੇ ਆਪ ਨੂੰ ਸੋਚਣਾ। ਤੇ ਅਸੀਂ ਵੀ ਉਸੇ ਗੱਲ ਤੇ ਚੱਲ ਰਹੇ ਹਾਂ। ਅਸੀਂ ਸੂਬੇ ਦੀ ਗੱਲ ਕਰ ਰਹੇ ਹਾਂ, ਸੂਬੇ 'ਚ ਰਹਿਣ ਵਾਲੇ ਲੋਕਾਂ ਦੀ ਗੱਲ ਕਰ ਰਹੇ ਹਾਂ। ਜੀ ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਧੰਨਵਾਦ। ਜੀ, ਬਹੁਤ ਬਹੁਤ। ਮੋਹਿਤ ਗੁਪਤਾ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਜੀ। ਉਮੀਦ ਹੈ ਕਿ ਤੁਹਾਨੂੰ ਕੁਝ ਕੁ ਤੱਥ ਤੇ